दे वचन दे विच जिस वेले असीं कुरंथस दा चौथा भाव, दूसरा कुरंथस उसका चौथा भाव देखते हैं तो उत्थे सानू एक पिक्चर दिखाई गई है, एक तस्वीर दिखाई गई है। देयर इज अ पिक्चर द वर्ड ऑफ गॉड इज शोइंग टू अस। अगर तुहाडे कोल हैंड आउट्स है नहीं गया, मैं तुहानू हैंड आउट्स दित्तियां हैगियां, उस दे विच ये सारे हिस्से मैं तुहानू दित्ते आ। और वचन दे विच इस तरह लिखिया कि असीं तां केवल मिट्टी दे भांडे हां। We are just earthly vessel. We are dirt people, made of dirt. ਅਸੀਂ ਤਾਂ ਕੇਵਲ ਮਿੱਟੀ ਦੇ ਭਾਂਡੇ ਹਾਂ ਜਿਨ੍ਹਾਂ ਦੇ ਵਿੱਚ ਇਹ ਆਤਮਿਕ ਖਜ਼ਾਨਾ ਰੱਖਿਆ ਗਿਆ ਹੈ। इससे तो पता लगता है कि महाशक्ति का सोमा केवल परमेश्वर है, असी नहीं ना। मैनू याद आ कि लोग छोटियां छोटियां शक्तियां प्राप्त करन दे लई की कुछ करते हुंदे सी। साडे अपने ही घराने दे विच मैनू चेता कि जिस वेले वो शिले कमाउंदे हुंदे सी और शक्तियां प्राप्त करते हुंदे सी, किस तरह चौंकड़ी मार के बैठे रहना, घंटियां बद्धी तपस्या करते रहना। और मैनू चेता कि वो इंसान बैठा आ, उसने चौंकड़ी मारी हुआ और उसने अपने हाथ दे विच इस तरह लड्डू रखिया आ, मोरे फुल रखे हुआ और वो बैठा आ। 31 दिन बाद एक कुत्ता आया, उसने वो लड्डू खा लिया और उसके हाथ नूं झट लिया। इट्स अ ट्रू स्टोरी। 31 दिन चौंकड़ी मार के वो रोज़ रात नूं बहिंदा हुंदा सी। 31वें दिन कुत्ता एक आया, उसने वो लड्डू खा लिया, उसके हाथ नूं झट लिया। उसने वो थुक कुत्ते का अपने मूँह नूं, अपने सिर नूं इदां ला के क्या कहना, मेरा शिला पूरा हो गया। ਅਸੀਂ ਉਹਨਾਂ ਲੋਕਾਂ ਨੂੰ ਬਾਬੇ ਕਹਿੰਦੇ ਹੁੰਦੇ ਸੀ, ਫਿਰ ਉਹਨਾਂ ਦੇ ਕੋਲ ਅਸੀਂ ਜਾਂਦੇ ਹੁੰਦੇ ਸੀ, ਅਸੀਂ ਉਹਨਾਂ ਨੂੰ ਮੱਥੇ ਟੇਕਦੇ ਹੁੰਦੇ ਸੀ ਆਪਣੇ ਕੰਮ ਕਰਵਾਉਣ ਦੇ ਲਈ। ਥਿੰਕ ਅਬਾਊਟ ਇਟ। ਜਰਾ ਸੋਚੋ, ਅਸੀਂ ਉਹ ਲੋਕ, ਸਾਨੂੰ ਪ੍ਰਭੂ ਨੇ ਉੱਥੋਂ ਕੱਢ ਕੇ कोई शर्त नहीं, कोई शिला नहीं, कोई कुछ नहीं, कोई भगती नहीं, कुछ नहीं, उस मिट्टी दे भांडियां दे विच उसने अपनी पवित्र आत्मा दा खजाना पाया। जो साडा नहीं, प्रभु दा आ और वो साडे नाल। और साडे नाल ਅਸੀਂ ਤਾਂ ਅਕਸਰ ਸਭ ਪਾਸਿਆਂ ਤੋਂ ਵਚਨ ਕਹਿੰਦਾ, ਅਸੀਂ ਤਾਂ ਅਕਸਰ ਸਭ ਪਾਸਿਆਂ ਤੋਂ ਮਾਰ ਖਾਂਦੇ ਹਾਂ ਪਰ ਖਤਮ ਨਹੀਂ ਹੁੰਦੇ, ਪਰੇਸ਼ਾਨ ਕੀਤੇ ਜਾਂਦੇ ਹਾਂ ਪਰ ਬੇਸਹਾਰਾ ਨਹੀਂ ਛੱਡੇ ਜਾਂਦੇ, ਸਾਡਾ ਪਿੱਛਾ ਕੀਤਾ ਜਾਂਦਾ ਹੈ, ਠੁਕਰਾਏ ਨਹੀਂ ਜਾਂਦੇ, ਡੇਗੇ ਜਾਂਦੇ ਹਾਂ, ਨਾਸ਼ ਨਹੀਂ ਕੀਤੇ ਜਾਂਦੇ। ਅਸੀਂ ਤਾਂ ਮਰਨਹਾਰ ਸਰੀਰਾਂ ਦੇ ਵਿੱਚ ਯਿਸੂ ਦੀ ਮੌਤ ਨੂੰ ਲਈ ਫਿਰਦੇ ਹਾਂ ਤਾਂ ਜੋ ਉਸ ਦਾ ਜੀਵਨ ਸਾਡੇ ਸਰੀਰਾਂ ਦੇ ਵਿੱਚ
ਪ੍ਰਗਟ ਹੋਵੇ। Isn't that amazing? ਉਹ ਜੋ ਸਭ ਕੁਝ ਅਸੀਂ ਪਹਿਲਾਂ ਸੋਚਦੇ ਹੁੰਦੇ ਸੀ, ਸਭ ਕੁਝ ਉਸ ਤੋਂ ਅਲੱਗ। ਜੇ ਸਾਡਾ ਕੋਈ ਪਿੱਛਾ ਕੀ ਕਰਦਾ ਸੀ ਤਾਂ ਅਸੀਂ ਉਸ ਦਾ ਪਿੱਛਾ ਕਰਦੇ ਸੀ। ਜੇ ਸਾਨੂੰ ਕੋਈ ਡੇਗਦਾ ਸੀ ਤਾਂ ਅਸੀਂ ਉਸ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਸੀ। ਜੇ ਕੋਈ ਸਾਨੂੰ ਛੱਡਦਾ ਸੀ ਤਾਂ ਅਸੀਂ ਉਸ ਨੂੰ ਛੱਡਦੇ ਸੀ। ਸਾਡਾ ਸਾਰਾ ਜੀਵਨ ਇਹਨਾਂ ਚੀਜ਼ਾਂ ਦੇ ਵਿੱਚ ਗੁਜ਼ਰਦਾ ਸੀ। It's not that anymore. ਕਿਉਂਕਿ ਕੋਈ ਹੋਰ ਆ ਜਿਹੜਾ ਕੰਮ ਕਰ ਰਿਹਾ, ਉਹ ਅਜੀਬ ਤਾਕਤ, ਉਹ ਸਪਿਰਿਟ, ਉਹ ਪਵਿੱਤਰ ਆਤਮਾ ਜਿਹੜਾ ਕੰਮ ਕਰ ਰਿਹਾ ਕਿ ਅਸੀਂ ਡੇਗੇ ਜਾਂਦੇ ਹਾਂ ਪਰ ਠੁਕਰਾਏ ਨਹੀਂ ਜਾਂਦੇ। ਕਿਉਂ? ਕਿਉਂਕਿ ਠੋਕਰ ਮਾਰਨ ਤੋਂ ਪਹਿਲਾਂ ਪ੍ਰਭੂ ਸਾਨੂੰ ਉੱਥੋਂ ਚੁੱਕ ਲੈਂਦਾ। ਅਸੀਂ ਹਰ ਪਾਸੇ ਤੋਂ, ਉਹ ਕਹਿੰਦਾ ਅਸੀਂ ਹਰ ਪਾਸੇ ਤੋਂ ਮਾਰ ਖਾਣੇ ਪਰ ਬੇਸਹਾਰਾ ਨਹੀਂ ਛੱਡਣ ਜਾਂਦੇ। ਕਿਉਂ? ਕਿਉਂਕਿ ਉਸ ਦਾ ਸਹਾਰੇ ਵਾਲਾ ਹੱਥ ਉੱਥੇ ਆ ਜਾਂਦਾ। ਬੇਸ਼ੱਕ ਅਸੀਂ ਜਿਉਂਦੇ ਹਾਂ, ਫਿਰ ਵੀ ਅਸੀਂ ਯਿਸੂ ਦੀ ਖਾਤਰ ਅਸੀਂ ਮੌਤ ਦੇ ਮੂੰਹ ਦੇ ਵਿੱਚ ਰਹਿੰਦੇ ਹਾਂ। ਜੋ ਯਿਸੂ ਦਾ ਜੀਵਨ ਸਾਡੇ ਮਰਨਹਾਰ ਸਰੀਰਾਂ ਦੇ ਦੁਆਰਾ ਪ੍ਰਗਟ ਹੋਵੇ। ਇਹ ਹੁਣ ਸਾਡੀ ਆਪਣੀ ਸੋਚ, ਸਾਡੀ ਆਪਣੀ ਚੁਸਤੀ, ਸਾਡੀ ਆਪਣੀ ਚਲਾਕੀ ਨਹੀਂ। ਇਹ ਮਸੀਹ ਦੀ ਪਵਿੱਤਰ ਜ਼ਿੰਦਗੀ ਹੈ ਜਿਹੜੀ ਸਾਡੇ ਦੁਆਰਾ ਪ੍ਰਗਟ ਹੋਵੇ। ਇਹੀ ਕਾਰਨ ਹੈ ਕਿ ਮੌਤ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ। ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ ਇਸੇ ਕੁਰਿੰਥਸ ਦੇ ਲੋਕਾਂ ਨੂੰ ਪ੍ਰਭੂ ਦਾ ਬੰਦਾ ਲਿਖਦਾ ਪਿਆ, ਪ੍ਰਭੂ ਦਾ ਆਤਮਾ ਉਸ ਤੋਂ ਲਿਖਵਾ ਰਿਹਾ, ਤੇ ਇਹ ਲਿਖਵਾ ਰਿਹਾ, ਕਹਿੰਦਾ ਭਰਾਵੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਤਮਿਕ ਦਾਤਾਂ ਦੇ ਬਾਰੇ ਜਾਣੋ। ਨਾ ਉਹ ਸਾਨੂੰ ਇਸ ਕਰਕੇ ਨਹੀਂ ਦਿੱਤੀਆਂ ਗਈਆਂ ਕਿ ਵੀ ਵਰ ਵੈਰੀ ਸਪੈਸ਼ਲ। ਆਤਮਿਕ ਦਾਤਾਂ ਸਾਨੂੰ ਤਾਂ ਦਿੱਤੀਆਂ ਗਈਆਂ ਕਿ ਸਾਨੂੰ ਇਹ ਪਤਾ ਲੱਗੇ ਕਿ ਵੀ ਆਰ ਗੋਇੰਗ ਟੂ ਹੈਵਨ। ਔਰ ਅਸੀਂ ਹੈਵਨਲੀ ਕੰਮ ਇਸ ਧਰਤੀ ਦੇ ਉੱਤੇ ਕਰੀਏ। ਵੀ ਹੈਵ ਗਿਵਨ all these blessings, we have given these all of these spiritual gifts for one reason. So on the earth we know that we are going to heaven. ਇਸ ਧਰਤੀ ਤੇ ਸਾਨੂੰ ਪਤਾ ਲੱਗੇ ਕਿ ਅਸੀਂ ਸਵਰਗ ਨੂੰ ਜਾ ਰਹੇ ਹਾਂ। ਇਸ ਕਰਕੇ ਉਹ ਕਹਿੰਦਾ ਕਿ ਤੁਸੀਂ ਇਹਨਾਂ ਤੋਂ ਅਣਜਾਣ ਨਾ ਰਹੋ। ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸੀ ਤਾਂ ਤੁਸੀਂ ਗੂੰਗੀਆਂ ਮੂਰਤਾਂ ਦੇ ਪਿੱਛੇ ਇੱਧਰ ਉੱਧਰ ਭਟਕਦੇ ਸੀ। And I have seen lineup of people ਆਉਂਦੀ ਔਰ ਉਸ ਬੰਦੇ ਦੇ ਮੂਹਰੇ ਮੱਥਾ ਟੇਕਦੀ ਪਈ ਜਿਹੜਾ ਉਹਨਾਂ ਨੂੰ ਆਪ ਦੱਸਦਾ ਹੁੰਦਾ ਸੀ ਔਰ ਬੜੀ ਦਲੇਰੀ ਦੇ ਨਾਲ ਇਹ ਚੀਜ਼ ਦੱਸਦਾ ਹੁੰਦਾ ਸੀ ਕਿ ਲੋਕਾਂ ਦੇ ਛਿਲੇ 60 ਦਿਨ ਪੂਰੇ ਨਹੀਂ ਹੁੰਦੇ, ਮੇਰਾ 31ਵੇਂ ਦਿਨ ਪੂਰਾ ਹੋ ਗਿਆ ਸੀ। ਨਿਸ਼ਾਨੀ ਕੁੱਤਾ ਆਇਆ, ਕੁੱਤੇ ਨੇ ਲੱਡੂ ਖਾ ਲਿਆ ਮੇਰੇ ਹੱਥ ਤੋਂ।
ਕਾਲਾ ਕੁੱਤਾ ਸੀ। और सारे लोग अच्छा जी बाबा जी। और पढ़े लिखे लोग, मूर्ख नहीं, पढ़े लिखे लोग, याद करो कहंदा ਜਦੋਂ ਤੁਸੀਂ ਗੂੰਗੀਆਂ ਮੂਰਤਾਂ ਦੇ ਪਿੱਛੇ ਇੱਧਰ ਉੱਧਰ ਭਟਕਦੇ ਸੀ, ਇਸੇ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਮਨੁੱਖ ਵੀ ਪਰਮੇਸ਼ਵਰ ਦੀ ਆਤਮਾ ਤੋਂ ਪ੍ਰੇਰਿਤ ਹੈ, ਉਹ ਇਹ ਨਹੀਂ ਕਹਿ ਸਕਦਾ ਕਿ ਯਿਸੂ ਸਰਾਫੀ ਹੈ, ਅਤੇ ਨਾ ਹੀ ਕੋਈ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਣਾ ਤੋਂ ਬਿਨਾਂ ਕਹਿ ਸਕਦਾ ਹੈ ਕਿ ਯਿਸੂ ਪ੍ਰਭੂ ਹੈ। ਮਿੱਟੀ ਦੇ ਖਜ਼ਾਨੇ ਦੇ ਵਿੱਚ, ਮਿੱਟੀ ਦੇ ਭਾਂਡੇ ਦੇ ਵਿੱਚ, in the dirt vessel he put his spirit, and you said, Jesus, you are Lord. The spirit of the Lord came first. ਖਜ਼ਾਨਾ ਪਹਿਲਾਂ ਪਾਇਆ ਗਿਆ, ਉਸ ਖਜ਼ਾਨੇ ਨੇ ਅੰਦਰੋਂ ਆਵਾਜ਼ ਕੱਢੀ ਆ ਕਿ ਤੂੰ ਪ੍ਰਭੂ। क्योंकि ਉਹਦੀ ਪ੍ਰੇਰਣਾ ਤੋਂ ਬਗੈਰ ਕੋਈ ਨਹੀਂ ਕਹਿ ਸਕਦਾ ਕਿ ਯਿਸੂ ਪ੍ਰਭੂ ਆ। ਇਹ ਬਰਕਤ ਹੋਈ ਹੈ ਸਾਡੇ ਤੇ, ਐਡੀ ਵੱਡੀ ਬਰਕਤ ਹੋਈ ਹੈ ਸਾਡੇ ਤੇ। ਦੇਖੋ ਸਾਡੀ ਕੀਮਤ, ਆਪਣੀ ਕੀਮਤ ਦੇਖੋ, ਤੁਸੀਂ ਕੌਣ ਆ, ਕੌਣ ਆ ਤੁਸੀਂ ਪ੍ਰਭੂ ਦੇ ਵਿੱਚ, ਆਪਣੀ ਕੀਮਤ ਦੇਖੋ। ਆਤਮਿਕ ਦਾਤਾਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਹਨ, ਉਹਨਾਂ ਨੂੰ ਦੇਣ ਵਾਲਾ ਆਤਮਾ ਇੱਕ ਹੈ। ਸੇਵਾਵਾਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਪ੍ਰਭੂ ਇੱਕ ਹੈ। ਕੰਮ ਤਰ੍ਹਾਂ ਤਰ੍ਹਾਂ ਦੇ ਹੁੰਦੇ ਹਨ, ਪਰ ਪ੍ਰਭੂ ਇੱਕ ਹੀ ਹੈ ਜੋ ਸਭਨਾਂ ਦੇ ਵਿੱਚ ਹੋ ਕੇ ਕੰਮ ਕਰਦਾ ਹੈ। It is God at work through you. ਇਸੇ ਕਰਕੇ ਕਿਸੇ ਬੰਦੇ ਨੇ ਇਹ ਚੀਜ਼ ਬਹੁਤ ਸੋਹਣੀ ਕਹੀ ਸੀਗੀ, what would Jesus do? ਕਹਿੰਦਾ ਜਿਸ ਵੇਲੇ ਮੈਨੂੰ ਗੁੱਸਾ ਆਉਂਦਾ, ਮੈਂ ਤਾਂ ਉਸ ਬੰਦੇ ਦਾ ਸਿਰ ਉਹਦੇ ਸਰੀਰ ਦੇ ਨਾਲੋਂ ਲਾ ਕੇ ਇੱਕ ਪਾਸੇ ਰੱਖਣਾ ਮੰਗਦਾ। ਉਹ ਢੱਕਣ ਉੱਤੋਂ ਜਿਹੜਾ ਇਹਨੂੰ ਲਾ ਕੇ ਇੱਕ ਪਾਸੇ ਰੱਖਣਾ ਮੰਗਦਾ। ਜਿਸਲੇ ਮੈਨੂੰ ਕ੍ਰੋਧ ਆਉਂਦਾ, ਮੇਰਾ ਮੂੰਹ ਹਰੇਕ ਚੀਜ਼ ਬੋਲਣੀ ਮੰਗਦਾ। ਜਿਸ ਵੇਲੇ ਕੋਈ ਕੰਮ ਕਰਨਾ ਹੁੰਦਾ ਤੇ ਮੇਰਾ ਅੰਤਕਰਨ ਮੇਰੇ ਆਪਣੇ ਬਾਰੇ ਸੋਚਦਾ, ਮੇਰੀ ਮੈਂ। ਪਰ ਪ੍ਰਭੂ ਯਿਸੂ ਜਿਹੜਾ ਮੇਰੇ ਅੰਦਰ ਆ, ਉਹ ਕੀ ਕਰੂਗਾ? Now that's the question. ਉਸ ਵੇਲੇ ਜਿਹੜੀ ਮੇਰੀ ਆਪਣੀ ਸੋਚ ਆ, ਬੇਸ਼ੱਕ ਉਹ ਜਿੰਨੀ ਮਰਜ਼ੀ ਅੱਛੀ ਆ, ਬੇਸ਼ੱਕ ਉਹ ਜਿੰਨੀ ਮਰਜ਼ੀ ਆ, ਦੈਟ ਇਜ਼, ਉਹ ਸਾਰਾ ਕੁਛ ਇੱਕ ਪਾਸੇ ਹੋ ਜਾਂਦਾ। ਹੁਣ ਪ੍ਰਭੂ ਯਿਸੂ ਮੇਰੇ ਰਾਹੀਂ ਕੀ ਕਰਨਾ ਮੰਗਦਾ? ਵਾਟ ਇਜ਼ ਦਾ ਨੈਕਸਟ ਸਟੈਪ? ਔਰ ਪ੍ਰਭੂ ਯਿਸੂ ਇਸ ਕਦਮ ਨੂੰ ਕਿੱਦਾਂ ਚੁੱਕੇਗਾ? ਕਿਉਂਕਿ ਹੀ ਇਜ਼ ਇਨ। ਉਹ ਖਜ਼ਾਨੇ ਤੋਂ ਅਸੀਂ ਉਹਦਾ ਖਜ਼ਾਨਾ ਹੁਣ ਖਰਚਦੇ ਪਏ ਹਾਂ, ਉਹ ਖਜ਼ਾਨਾ ਅਸੀਂ ਖਰਚ ਰਹੇ ਹਾਂ। ਇਸ ਕਰਕੇ ਉਹਦਾ ਪੂਰਾ ਹੱਕ ਆ ਕਿ ਅਸੀਂ ਉਹਦੇ ਵਾਲਾ ਕੰਮ ਕਰੀਏ। ਵਚਨ ਦੇ ਵਿੱਚ ਲਿਖਿਆ, ਸਰਬੱਤ ਦੇ ਭਲੇ ਦੇ ਲਈ ਹਰ ਆਦਮੀ ਨੂੰ ਆਤਮਿਕ ਚਾਨਣ ਦਿੱਤਾ ਗਿਆ ਹੈ। ਆਤਮਾ ਕਿਸੇ ਮਨੁੱਖ ਨੂੰ ਬੁੱਧੀ ਦੇ ਨਾਲ ਬੋਲਣ ਦਾ ਦਾਤ, ਕਿਸੇ ਨੂੰ ਗਿਆਨ ਦੇ ਨਾਲ ਭਰਿਆ ਹੋਇਆ ਉਪਦੇਸ਼, ਕਿਸੇ ਨੂੰ ਵਿਸ਼ਵਾਸ,
ਕਿਸੇ ਨੂੰ ਚੰਗੇ ਕਰਨ ਦੀ ਸ਼ਕਤੀ, ਕਿਸੇ ਨੂੰ ਵਿਚਿੱਤਰ ਕੰਮ ਕਰਨ ਦੀ ਦਾਤ, ਕਿਸੇ ਨੂੰ ਸੰਦੇਸ਼ ਦੇਣ ਦੀ ਸ਼ਕਤੀ, ਕਿਸੇ ਨੂੰ ਆਤਮਾਵਾਂ ਦੇ ਭੇਤ ਦਾ ਗਿਆਨ, ਕਿਸੇ ਨੂੰ ਵੱਖ-ਵੱਖ ਬੋਲੀਆਂ ਅਤੇ ਕਿਸੇ ਨੂੰ ਬੋਲੀਆਂ ਅਤੇ ਕਿਸੇ ਨੂੰ ਇਹਨਾਂ ਬੋਲੀਆਂ ਦਾ ਅਨੁਵਾਦ ਕਰਨ ਦੀ ਦਾਤ ਦਿੰਦਾ ਹੈ। ਪਰ ਇਹ ਸਭ ਕੰਮ ਇੱਕੋ ਆਤਮਾ ਦੇ ਹਨ ਜੋ ਆਪਣੀ ਇੱਛਾ ਦੇ ਨਾਲ ਹਰ ਇੱਕ ਮਨੁੱਖ ਨੂੰ ਵੱਖ-ਵੱਖ ਵੰਡਦਾ ਹੈ। ਮਸੀਹ ਇੱਕ ਸਰੀਰ ਦੀ ਤਰ੍ਹਾਂ ਹੈ, ਵਚਨ ਕਹਿੰਦਾ, ਜਿਸ ਦੇ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਇਹ ਬਹੁਤ ਸਾਰੇ ਵੱਖ-ਵੱਖ ਅੰਗਾਂ ਦੇ ਹੋਣ ਤੇ ਵੀ ਸਰੀਰ ਇੱਕ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਹੋਈਏ, ਦੂਜੀਆਂ ਕੌਮਾਂ ਦੇ ਜਾਂ ਗੁਲਾਮ ਜਾਂ ਆਜ਼ਾਦ, ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ। ਸਾਨੂੰ ਸਭ ਨੂੰ ਇੱਕ ਆਤਮਾ ਪੀਣ ਦੇ ਲਈ ਦਿੱਤਾ ਗਿਆ ਹੈ। So we are one family. ਅਸੀਂ ਇੱਕ ਪਰਿਵਾਰ, ਔਰ ਪ੍ਰਭੂ ਨੇ ਸਾਨੂੰ ਸਾਰਿਆਂ ਨੂੰ ਵੱਖ-ਵੱਖ ਗਿਫਟ ਦਿੱਤੇ ਆ, ਔਰ ਉਹਨਾਂ ਗਿਫਟਸ ਨੂੰ ਖੁਦਾਵੰਦ ਗਾਂ ਜਾ ਕੇ ਦੱਸਦਾ 27ਵੀਂ ਆਇਤ ਦੇ ਵਿੱਚ ਲਿਖਿਆ ਕਿ ਤੁਸੀਂ ਸਾਰੇ ਮਿਲ ਕੇ ਮਸੀਹ ਦਾ ਸਰੀਰ ਹੋ ਅਤੇ ਹਰ ਇੱਕ ਆਪਣੇ ਤੌਰ ਤੇ ਉਸ ਦਾ ਵੱਖ-ਵੱਖ ਅੰਗ ਹੈ। ਸਟਿਲ ਕ੍ਰਾਈਸਟ। ਜੇ ਹੱਥ ਆ ਤੇ ਉਹ ਵੀ ਕ੍ਰਾਈਸਟ ਆ, ਜੇ ਪੈਰ ਆ ਤੇ ਉਹ ਵੀ ਕ੍ਰਾਈਸਟ ਆ, ਜੇ ਸ਼ਬਦ ਆ ਤਾਂ ਉਹ ਵੀ ਕ੍ਰਾਈਸਟ ਆ, ਜੇ ਕੋਈ ਸੋਚ ਆ ਤਾਂ ਉਹ ਵੀ ਕ੍ਰਾਈਸਟ ਆ, ਡਿਸਰਨਮੈਂਟ ਆ ਉਹ ਵੀ ਕ੍ਰਾਈਸਟ ਆ। ਅਸੀਂ ਸਾਰੇ ਮਿਲ ਕੇ ਮਸੀਹ ਦਾ ਸਰੀਰ ਆ, ਪਰ ਆਪਣੇ ਆਪ 'ਚ ਉਸ ਦੇ ਵੱਖ-ਵੱਖ ਅੰਗ ਆ। ਵਚਨ ਕਹਿੰਦਾ ਪਰਮੇਸ਼ਰ ਨੇ ਵਿਸ਼ਵਾਸ ਸੰਗਤ ਨੂੰ ਹਰ ਇੱਕ ਨੂੰ ਵੱਖ-ਵੱਖ ਸੇਵਾ ਦੇ ਕੰਮ ਸੌਂਪੇ ਹਨ। ਸਾਡੇ ਵਿੱਚ ਕੋਈ ਇਨਸਾਨ ਇੱਥੇ ਐਸਾ ਨਹੀਂ ਬੈਠਾ ਹੈ ਜਿਸ ਨੂੰ ਪ੍ਰਭੂ ਨੇ ਇਹ ਮੁਕਤੀ ਦੇ ਕੇ, ਆਜ਼ਾਦੀ ਦੇ ਕੇ, ਛੁਟਕਾਰਾ ਦੇ ਕੇ, ਗੁਲਾਮੀ ਚੋਂ ਕੱਢ ਕੇ, ਗੂੰਗੀਆਂ ਮੂਰਤੀਆਂ ਦੀ ਗੁਲਾਮੀ ਚੋਂ ਕੱਢ ਕੇ, ਸਦਾ ਦੀ ਮੌਤ ਦੀ ਗੁਲਾਮੀ ਚੋਂ ਕੱਢ ਕੇ ਆਪਣੇ ਵਿੱਚ ਲੈ ਕੇ ਆਇਆ। ਉਸਨੇ ਵੱਖਰੇ ਕੀਤਾ ਔਰ ਆਪਣੇ ਹੱਥਾਂ ਦੇ ਨਾਲ ਉਸਨੇ ਸਾਨੂੰ ਬਰਕਤਾਂ ਦਿੱਤੀਆਂ, ਔਰ ਹੁਣ ਉਹ ਉਸਦੇ ਹਿਸਾਬ ਦੇ ਨਾਲ ਉਸਨੇ ਸਾਨੂੰ ਬੁੱਧ ਦਿੱਤੀ ਆ। ਪਰ ਕਾਹਦੇ ਲਈ? ਪਰਪਸ ਫਿਰ ਇੱਕੋ ਹੀ ਆ, ਉਸਦਾ ਘਰ, ਉਸਦਾ ਪਰਿਵਾਰ, ਉਸਦੀ ਸੰਗਤ, ਉਸਦੇ ਲੋਕ, ਉਸਦੀ ਕੰਗਰੀਗੇਸ਼ਨ, ਉਸਦੀ ਚਰਚ। ਇਹ ਸਭ ਕੁਝ ਹੁੰਦਿਆਂ ਹੋਇਆਂ ਵਚਨ ਕਹਿੰਦਾ ਉਸਨੇ ਹਰ ਇੱਕ ਨੂੰ ਵੱਖ-ਵੱਖ ਸੇਵਾ ਦੇ ਕੰਮ ਸੌਂਪੇ ਹਨ। ਪਹਿਲੀ ਥਾਂ ਤੇ ਰਸੂਲ, ਦੂਜੀ ਥਾਂ ਤੇ ਨਵੀ, ਤੀਜੀ ਥਾਂ ਤੇ ਸਿੱਖਿਅਕ, ਅਤੇ ਫਿਰ ਵਿਚਿੱਤਰ ਕੰਮ ਕਰਨ ਵਾਲੇ, ਬਿਮਾਰੀਆਂ ਤੋਂ ਚੰਗਾ ਕਰਨ ਵਾਲੇ, ਮਦਦਗਾਰ, ਪ੍ਰਬੰਧਕ ਅਤੇ ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲੇ। ਕੀ ਸਭ ਰਸੂਲ ਹਨ? ਕੀ ਸਭ ਸਿੱਖਿਅਕ ਹਨ? ਕੀ ਸਭ ਵਿਚਿੱਤਰ ਕੰਮ ਕਰਨ ਵਾਲੇ ਹਨ? ਕੀ ਸਭ ਨੂੰ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸ਼ਕਤੀ ਦੀ ਦਾਤ ਮਿਲੀ ਹੈ? ਕੀ ਵੱਖ-ਵੱਖ ਬੋਲੀਆਂ ਬੋਲਣ ਦੀ ਦਾਤ ਮਿਲੀ ਹੈ? ਕੀ ਸਭ ਅਨੁਵਾਦਕ ਹਨ? ਤੁਸੀਂ ਉੱਤਮ ਦਾਤਾਂ ਦੇ ਚਾਹਵਾਨ ਰਹੋ। ਖੁਦਾਵੰਦ ਜਿਸ ਨੇ ਸਾਨੂੰ, ਅਸੀਂ ਜੋੜੇ ਜਿਹੜੇ ਆਤਮਿਕ ਤੌਰ ਤੇ ਔਰ ਆਪਣੇ ਸਰੀਰਕ ਤੌਰ ਤੇ ਹਰ ਪਾਸਿਓਂ ਭਿਖਾਰੀ ਸੀ, ਉਸਨੇ ਭਿਖਾਰੀਆਂ ਨੂੰ ਲੈ ਕੇ ਭੰਡਾਰੀ ਬਣਾਇਆ। ਉਸਨੇ ਭਿਖਾਰੀਆਂ ਨੂੰ ਭੰਡਾਰੀ ਬਣਾਇਆ। ਉਸਨੇ ਇੱਕ ਐਸਾ ਅਕਾਊਂਟ ਸਾਨੂੰ ਦਿੱਤਾ ਜੋ ਸਵਰਗ ਦੇ ਵਿੱਚ ਆ,
ਔਰ ਜਿਸ ਦੀ ਹਜ਼ੂਰੀ ਉਸਨੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਦਿੱਤੀ ਆ, ਜਿਹੜੀ ਕਿ ਆਮ ਇਨਸਾਨ ਦੀ ਸਮਝ ਤੋਂ ਬਾਹਰ ਆ। ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਖੁਦਾਵੰਦ ਨੇ ਸਾਨੂੰ ਇੱਕ ਰਿਸਪੌਂਸਿਬਿਲਿਟੀ ਦਿੱਤੀ ਹੈ, ਔਰ ਜਿਹੜੀ ਉਸਨੇ ਸਾਨੂੰ ਰਿਸਪੌਂਸਿਬਿਲਿਟੀ ਦਿੱਤੀ ਹੈ, ਅਗਰ ਅਸੀਂ 12ਵਾਂ ਭਾਵ ਉਸ ਦੀ 4ਥੀ ਆਇਤ ਤੋਂ ਦੁਆਰਾ ਦੇਖੀਏ ਤਾਂ ਪ੍ਰਭੂ ਦਾ ਵਚਨ ਇਹ ਕਹਿੰਦਾ ਕਿ ਆਤਮਿਕ ਦਾਤਾਂ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਦੇਣ ਵਾਲਾ ਆਤਮਾ ਇੱਕ ਹੈ। ਸੇਵਾਵਾਂ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਪ੍ਰਭੂ ਇੱਕ ਹੈ। ਕੰਮ ਤਰ੍ਹਾਂ ਤਰ੍ਹਾਂ ਦੇ ਹੁੰਦੇ ਹਨ, ਪਰ ਪ੍ਰਭੂ ਇੱਕ ਹੈ, ਜੋ ਸਭਨਾਂ ਦੇ ਵਿੱਚ ਹੋ ਕੇ ਕੰਮ ਕਰਦਾ ਹੈ, ਸਰਬੱਤ ਦੇ ਭਲੇ ਦੇ ਲਈ ਹਰ ਆਦਮੀ ਨੂੰ ਆਤਮਿਕ ਚਾਨਣ ਦਿੱਤਾ ਗਿਆ ਹੈ। ਸੋ ਖੁਦਾਵੰਦ ਨੇ ਸਾਨੂੰ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਆਪਣੀਆਂ ਇਹ ਬਰਕਤਾਂ ਲੈ ਕੇ ਆਇਆ। ਯਾਦ ਰੱਖੋ, ਜਿਹੜਾ ਸਾਡਾ ਹਿਸਾਬ ਹੋਣਾ, ਹਿਸਾਬ ਹਰ ਇਨਸਾਨ ਦਾ ਹੋਣਾ, ਹਿਸਾਬ ਤੋਂ ਕੋਈ ਇਨਸਾਨ ਨਹੀਂ ਬਚੇਗਾ। ਸਾਡਾ ਹਿਸਾਬ ਇਹ ਨਹੀਂ ਹੋਣਾ ਕਿ ਮੈਂ ਆਪਣੀ ਸਰੀਰਕ ਸ਼ਕਤੀ ਦੇ ਨਾਲ ਕਿਹੜੇ ਭਲੇ ਕੰਮ ਕੀਤੇ। ਸਾਡੇ ਮਸੀਹੀ ਲੋਕ ਉਹਨਾਂ ਉਹੋ ਹੀ ਕੰਮਾਂ ਦੇ ਵਿੱਚ ਪਏ ਹੋ ਜਿਹੜੇ ਦੂਸਰੇ ਲੋਕ ਪਏ ਹੋ। ਉਹ ਉਹਨਾਂ ਚੀਜ਼ਾਂ ਨੂੰ ਭਲੇ ਕੰਮ ਕਹਿੰਦੇ ਜਿਹੜੇ ਦੂਜੇ ਲੋਕ ਕਹਿੰਦੇ ਆ। ਪ੍ਰਭੂ ਨੇ ਉਸ ਚੀਜ਼ ਦਾ ਕੋਈ ਹਿਸਾਬ ਨਹੀਂ ਲੈਣਾ, ਕਿਉਂਕਿ ਅਸੀਂ ਉਸ ਚੀਜ਼ ਦੇ ਨਾਲ ਬਚਾਏ ਨਹੀਂ ਗਏ, ਅਸੀਂ ਉਹਨਾਂ ਕੰਮਾਂ ਦੇ ਨਾਲ ਨਹੀਂ ਬਚਾਏ ਗਏ, ਔਰ ਨਾ ਹੀ ਸਾਨੂੰ ਉਹਨਾਂ ਕੰਮਾਂ ਦੇ ਕਰਕੇ ਸਜ਼ਾ ਮਿਲਣੀ। ਸਾਡਾ ਹਿਸਾਬ ਇਸ ਦਾ ਹੋਣਾ ਕਿ ਮੈਂ ਤੈਨੂੰ ਆਤਮਿਕ ਦਾਤ ਜਿਹੜੀ ਦਿੱਤੀ ਸੀ, ਤੂੰ ਉਹਦੇ ਨਾਲ ਕੀ ਕੀਤਾ, ਇਹਦਾ ਹਿਸਾਬ ਸਾਡੇ ਕੋਲ ਲਿਆ ਜਾਏਗਾ। ਇਸ ਦੇ ਅਸੀਂ ਜ਼ਿੰਮੇਵਾਰ। ਇਸ ਧਰਤੀ ਦੇ ਉੱਤੇ ਤਾਂ ਅਸੀਂ ਇਹ ਜੋ ਮਰਜ਼ੀ ਕਹਿ ਲਈਏ, ਯਹੂਦੀਆਂ ਤੋਂ ਸਮਾਰਟ ਕੋਈ ਨਹੀਂ ਸੀ, ਉਹਨਾਂ ਦੇ ਕੋਲ ਬੜੇ ਬਹਾਨੇ ਸੀਗੇ, ਬੜੇ ਬਹਾਨੇਬਾਜ਼ ਲੋਕ ਸੀਗੇ, ਬੜੇ ਬਹਾਨੇ ਬਣਾਉਂਦੇ ਹੁੰਦੇ ਸੀ। ਲੇਕਿਨ ਪ੍ਰਭੂ ਨੇ ਕਦੇ ਵੀ ਇਨਸਾਨ ਤੋਂ ਉਹਦੀ ਆਪਣੀ ਵਿੱਤ ਅਨੁਸਾਰ ਉਹ ਕੀ ਕਰ ਸਕਦਾ, ਆਪਣੀ ਸਰੀਰ ਦੀ ਤਾਕਤ ਦੇ ਨਾਲ ਕੀ ਕੰਮ ਕਰ ਸਕਦਾ, ਆਪਣੇ ਦਿਮਾਗ ਦੀ ਬੁੱਧ ਦੇ ਨਾਲ ਉਹ ਕੀ ਕਰ ਸਕਦਾ, ਇਨਸਾਨੀ ਚੀਜ਼ਾਂ ਦੇ ਨਾਲ ਕੀ ਕਰ ਸਕਦਾ, ਪ੍ਰਭੂ ਨੇ ਕਦੀ ਇਨਸਾਨ ਤੋਂ ਕੁਛ ਨਹੀਂ, ਉਸਦਾ ਕੋਈ ਹਿਸਾਬ ਅੱਜ ਤੱਕ ਬਾਈਬਲ ਦੇ ਵਿੱਚ ਤੁਸੀਂ ਪੜ੍ਹ ਕੇ ਦੇਖ ਲਓ, ਕਿਸੇ ਤੋਂ ਕੁਛ ਨਹੀਂ ਮੰਗਿਆ। ਉਸਨੇ ਇਸ ਚੀਜ਼ ਦਾ ਹਿਸਾਬ ਜ਼ਰੂਰ ਮੰਗਿਆ ਕਿ ਮੈਂ ਤੈਨੂੰ ਆਹ ਦਿੱਤਾ ਸੀ, ਇਸ ਦੇ ਨਾਲ ਤੂੰ ਕੀ ਕੀਤਾ। What you did with that? ਔਰ ਜਿਸ ਲਈ ਅਸੀਂ ਵਚਨ ਚ ਪੜ੍ਹਦੇ ਵੀ ਹਾਂ ਤਾਂ ਕਹਿੰਦੇ ਇੱਕ ਅਮੀਰ ਆਦਮੀ ਨੇ ਜੋ ਯਾਤਰਾ ਤੇ ਜਾ ਰਿਹਾ ਸੀ, ਉਸਨੇ ਆਪਣਾ ਸੋਨਾ, ਇੱਕ ਨੂੰ ਉਸਨੇ 5 ਥੈਲੀਆਂ ਦੇ ਗਿਆ, ਇੱਕ ਨੌਕਰ ਨੂੰ, ਦੂਜੇ ਨੂੰ ਉਸਨੇ 3 ਥੈਲੀਆਂ ਦਿੱਤੀਆਂ, ਔਰ ਇੱਕ ਨੂੰ ਉਸਨੇ 1 ਥੈਲੀ ਦਿੱਤੀ। ਰਿਮੈਂਬਰ that story? ਯਾਦ ਆ? ਜਿਸ ਲਈ ਉਹ ਵਾਪਸ ਆਇਆ, ਉਹਨੇ ਹਿਸਾਬ ਕਿਹੜੀ ਚੀਜ਼ ਦਾ ਮੰਗਿਆ? ਉਸਨੇ ਇਹ ਹਿਸਾਬ ਮੰਗਿਆ ਕਿ ਜੋ ਕੁਝ ਤੇਰੇ ਕੋਲ ਪਹਿਲਾਂ ਸੀਗਾ ਤੇ ਪਲੱਸ ਮੇਰੀਆਂ ਜਿਹੜੀਆਂ ਥੈਲੀਆਂ ਸੀ ਉਹਦੇ ਨਾਲ ਤੂੰ ਕੀ ਕੀਤਾ, ਕਿ ਉਸਨੇ ਇਹ ਹਿਸਾਬ ਮੰਗਿਆ ਕਿ ਤੂੰ ਮੇਰੀਆਂ 5 ਥੈਲੀਆਂ ਨਾਲ ਕੀ ਕੀਤਾ। ਵਚਨ ਕਹਿੰਦਾ ਕਿ ਜਿਸ ਵੇਲੇ ਉਹ ਵਾਪਸ ਆਇਆ, ਜਿਸ ਨੂੰ ਉਸਨੇ 5 ਥੈਲੀਆਂ ਦਿੱਤੀਆਂ ਸੀ, ਉਸਨੇ 5 ਥੈਲੀਆਂ ਦੇ ਤੋਂ 10 ਥੈਲੀਆਂ ਬਣਾ ਕੇ ਉਸਨੇ ਕਿਹਾ, ਮਾਲਕ ਤੂੰ ਮੈਨੂੰ 5 ਦੇ ਕੇ ਗਿਆ ਸੀ, ਮੈਂ ਇਸ ਨੂੰ ਕੰਮ ਤੇ ਲਾਇਆ, ਮੈਂ ਇਸ ਦੇ ਨਾਲ ਬਿਜ਼ਨਸ ਕੀਤਾ, ਇਹ 10 ਥੈਲੀਆਂ ਹੁਣ ਤੇਰੀਆਂ। ਦੂਸਰੇ ਨੇ ਕਿਹਾ ਤੂੰ ਮੈਨੂੰ 3 ਥੈਲੀਆਂ
ਦੇ ਕੇ ਗਿਆ ਸੀ, ਮੈਂ ਇਸ ਦੇ ਨਾਲ ਕੰਮ ਕੀਤਾ, ਹੁਣ ਇਹ ਤੇਰੀਆਂ 6 ਥੈਲੀਆਂ। ਤੀਜੇ ਨੇ ਕਿਹਾ, ਤੂੰ ਮੈਨੂੰ ਇੱਕ ਦੇ ਕੇ ਗਿਆ ਸੀ, ਮੈਨੂੰ ਪਤਾ ਸੀ ਕਿ ਤੂੰ ਹਿਸਾਬ ਲੈਣ ਵਾਲਾ, ਸੋ ਮੈਂ ਉਸਨੂੰ ਦੱਬ ਦਿੱਤਾ। ਮੈਂ ਇਸਨੂੰ ਦੱਬ ਦਿੱਤਾ। ਯਾਦ ਤਾਂ ਬੜਾ ਪਰਮੇਸ਼ਵਰ ਨੂੰ ਰੱਖਿਆ ਉਸਨੇ ਕਿ ਪਰਮੇਸ਼ਵਰ ਬੜਾ ਹਿਸਾਬ ਲੈਣ ਵਾਲਾ ਪਰਮੇਸ਼ਵਰ ਆ, ਪਰਮੇਸ਼ਵਰ ਬੜਾ ਬਲੀ ਪਰਮੇਸ਼ਵਰ ਆ, ਬੜਾ ਪ੍ਰੇਅਰ ਵਾਰੀਅਰ ਇਨਸਾਨ ਸੀ ਉਹ। ਪਰ ਆ ਲੈ ਆਪਣੀ ਇੱਕ ਥੈਲੀ। ਉਸਨੂੰ ਕਿਹਾ, ਇਸਨੂੰ ਉੱਥੇ ਸੁੱਟੋ ਜਿੱਥੇ ਦੰਦਾਂ ਦਾ ਪੀਣਾ। ਪਰ ਦੂਸਰੇ ਨੂੰ ਕਿਹਾ ਕਿ ਜਿਨ੍ਹਾਂ ਨੇ 5 ਦੀਆਂ 10 ਬਣਾਈਆਂ, ਉਸ ਨੂੰ ਕਿਹਾ ਇਹ 10 ਤੇਰੀਆਂ, ਇਸ ਨੂੰ ਹੋਰ ਵੀ ਦਿਓ। ਇਹ 6 ਤੇਰੀਆਂ, ਇਸ ਨੂੰ ਹੋਰ ਵੀ ਦਿਓ। ਹਿਸਾਬ ਉਸਨੇ ਉਸ ਚੀਜ਼ ਦਾ ਮੰਗਣਾ ਸਾਡੇ ਤੋਂ ਜਿਹੜੀ ਉਸਨੇ ਦਿੱਤੀ ਹੈ। ਇਸਰਾਇਲ ਕੌਮ 70 ਸਾਲ ਦੀ ਗੁਲਾਮੀ ਦੇ ਵਿੱਚ, ਡੇਰੀਅਸ ਦੇ ਰਾਜ ਦੇ ਬਾਬਲ ਦੇ ਰਾਜ ਦੇ ਵਿੱਚ, ਨਬੂਕਦਨਸਰ ਦੇ ਵੇਲੇ 70 ਸਾਲ ਦੀ ਗੁਲਾਮੀ ਦੇ ਵਿੱਚ ਲੈ ਜਾਈ ਗਈ। ਸੱਤਰ ਸਾਲ ਉਹਨਾਂ ਨੂੰ ਗੁਲਾਮੀ ਉੱਥੇ ਕੱਟਣੀ ਪਈ। ਬੜੇ ਨਬੀ ਉਸ 70 ਸਾਲ ਦੇ ਵਿੱਚ ਉੱਠੇ, ਬੜਾ ਉਹਨਾਂ ਨੇ ਕਿਹਾ ਕਿ ਨਬੂਕਦਨਸਰ ਇਸ ਦੇ ਖਾਨਦਾਨ ਦੇ ਉਹ ਦੰਦ ਖੱਟੇ ਕਰ ਦੇਗਾ, ਅਸੀਂ ਵਾਪਸ ਘਰ ਨੂੰ ਜਾ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ। ਪ੍ਰਭੂ ਨੇ ਕਿਹਾ ਨਹੀਂ, 70 ਸਾਲ ਦੀ ਤੁਹਾਨੂੰ ਸਜ਼ਾ ਮਿਲੀ ਆ, ਤੁਹਾਨੂੰ ਕੁਛ ਕਰਨ ਦੇ ਲਈ ਕਿਹਾ ਗਿਆ ਸੀ, ਤੁਸੀਂ ਨਹੀਂ ਕੀਤਾ। ਇਹ 70 ਸਾਲ ਤੁਹਾਡੀ ਸਜ਼ਾ ਆ। ਔਰ ਅਸੀਂ 11ਵਾਂ ਭਾਵ ਜਰਮਿਆਂ ਦਾ ਉਸ ਦੀ 29ਵੀਂ ਆਇਤ ਬੜੀ ਕਾਰਡਾਂ ਤੇ ਲਿਖ ਕੇ ਦਿੰਦੇ ਆ, ਪਰ ਨਾ ਤਾਂ ਉਸ ਦੀ ਇੱਕ ਪਹਿਲੀ ਆਇਤ ਪੜ੍ਹਦੇ ਨਾ ਬਾਅਦਲੀ ਪੜ੍ਹਦੇ ਆ। ਪ੍ਰਭੂ ਨੇ ਕਿਹਾ 70 ਸਾਲ ਦੇ, ਅਗਰ ਤੁਸੀਂ ਦੇਖਣਾ ਮੰਗਦੇ ਮੇਰੇ ਨਾਲ ਜਰਮਾਇਆ ਦਾ, ਤੁਸੀਂ ਕੱਢ ਸਕਦੇ ਆ। ਜਰਮਾਇਆ, ਮੈਂ ਤੁਹਾਨੂੰ ਪੰਨਾ ਉਸਦਾ ਦੱਸਦਾ, ਬੜੀ ਪਿਆਰੀ ਆਇਤ ਆ ਉਹ। ਉਸਦਾ 29ਵਾਂ ਭਾਵ ਜਰਮਾਇਆ ਦਾ 29ਵਾਂ ਭਾਵ ਉਸਦੀ 4ਥੀ ਆਇਤ ਤੋਂ ਦੇਖੋ। 1179 ਪੰਨਾ, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ। ਔਰ ਪ੍ਰਭੂ ਦਾ ਵਚਨ ਇਸ ਤਰ੍ਹਾਂ ਕਹਿੰਦਾ ਸਰਵ ਸ਼ਕਤੀਮਾਨ ਪ੍ਰਭੂ ਇਜ਼ਰਾਇਲ ਦੇ ਉਹਨਾਂ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਉਸਨੇ ਨਬੂਕਦਨਸਰ ਦੁਆਰਾ ਬੰਦੀ ਬਣਾ ਕੇ ਜਰੂਸਲਮ ਤੋਂ ਬਾਬਰ ਵਿੱਚ ਲੈ ਜਾਣ ਦੇ ਦਿੱਤਾ ਸੀ, ਉਹਨਾਂ ਨੂੰ ਇਹ ਸੰਦੇਸ਼ ਆਇਆ ਆ, ਤੁਸੀਂ ਘਰ ਬਣਾ ਕੇ ਉਹਨਾਂ ਦੇ ਵਿੱਚ ਬਸੋ, ਤੁਸੀਂ ਬਾਗ ਬਗੀਚੇ ਲਾ ਕੇ ਉਹਨਾਂ ਦਾ ਫਲ ਖਾਓ, ਵਿਆਹ ਸ਼ਾਦੀਆਂ ਕਰੋ, ਸੰਤਾਨ ਪੈਦਾ ਕਰੋ, ਆਪਣੀ ਸੰਤਾਨ ਦੇ ਵਿਆਹ ਕਰੋ, ਉਹਨਾਂ ਤੋਂ ਬੱਚੇ ਪੈਦਾ ਕਰਨ, ਤੁਸੀਂ ਗਿਣਤੀ ਦੇ ਵਿੱਚ ਵੱਧਦੇ ਜਾਵੋ, ਘਟੋ ਨਾ। ਤੁਸੀਂ ਉਹਨਾਂ ਨਗਰਾਂ ਦੀ ਖੁਸ਼ਹਾਲੀ ਦੇ ਲਈ ਯਤਨ ਕਰੋ ਜਿਨ੍ਹਾਂ ਵਿੱਚ ਤੁਹਾਨੂੰ ਬੰਦੀ ਬਣਾ ਕੇ ਘੱਲਿਆ ਗਿਆ ਹੈ, ਉਹਨਾਂ ਦੇ ਲਈ ਮੇਰੇ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇਕਰ ਉਹ ਵਧਣ ਫੁੱਲਣਗੇ ਤਾਂ ਤੁਸੀਂ ਵੀ ਵਧੋ ਫੁੱਲੋਗੇ। ਮੈਂ ਇਜ਼ਰਾਈਲ ਦਾ ਪਰਮੇਸ਼ਵਰ ਪ੍ਰਭੂ ਤੁਹਾਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਸੀਂ ਆਪਣੇ ਵਿੱਚ ਰਹਿ ਰਹੇ ਨਬੀਆਂ ਦੁਆਰਾ ਧੋਖਾ ਨਾ ਖਾਣਾ, ਅਤੇ ਨਾ ਹੀ ਉਹਨਾਂ ਦੇ ਦੁਆਰਾ ਜੋ ਭਵਿੱਖ ਬਾਰੇ ਦੱਸਣ ਦਾ ਦਾਅਵਾ ਕਰਦੇ ਹਨ। ਤੁਸੀਂ ਉਹਨਾਂ ਦੇ ਸੁਪਨਿਆਂ ਦੇ ਵੱਲ ਕਿਸੇ ਤਰ੍ਹਾਂ ਦਾ ਧਿਆਨ ਨਾ ਦੇਣਾ, ਉਹ ਮੇਰੇ ਨਾਂ 'ਤੇ ਤੁਹਾਡੇ ਨਾਲ ਝੂਠ ਬੋਲਦੇ ਹਨ। ਮੈਂ ਉਹਨਾਂ ਨੂੰ ਨਹੀਂ ਕੱਲਿਆ ਹੈ, ਮੈਂ ਪ੍ਰਭੂ ਨੇ ਇਹ ਕਿਹਾ।
ਪ੍ਰਭੂ ਨੇ ਕਹਿੰਦਾ ਹੈ ਜਦੋਂ ਬਾਬਲ ਦੇ ਵਿੱਚ ਤੁਹਾਡੇ 70 ਸਾਲ ਖਤਮ ਹੋ ਜਾਣਗੇ ਤਾਂ ਮੈਂ ਤੁਹਾਡੀ ਸੁਣ ਲਵਾਂਗਾ। ਮੈਂ ਆਪਣੀ ਪ੍ਰਤਿੱਗਿਆ ਦੇ ਅਨੁਸਾਰ ਤੁਹਾਨੂੰ ਵਾਪਸ ਤੁਹਾਡੇ ਘਰ ਦੇ ਵਿੱਚ ਲਿਆਵਾਂਗਾ। ਤੁਸੀਂ ਆਪਣੀਆਂ ਯੋਜਨਾਵਾਂ, ਮੈਂ ਤੁਹਾਡੇ ਲਈ ਆਪਣੀਆਂ ਯੋਜਨਾਵਾਂ ਮੈਂ ਆਪ ਹੀ ਜਾਣਦਾ ਹਾਂ, ਖੁਸ਼ਹਾਲੀ ਦੀ ਯੋਜਨਾ ਨਾ ਕਿ ਤਬਾਹੀ ਦੀ, ਅਤੇ ਸੁਨਹਿਰੇ ਭਵਿੱਖ ਦੀ ਯੋਜਨਾ। ਤਦ ਤੁਸੀਂ ਮੈਨੂੰ ਪੁਕਾਰੋਗੇ, ਤੁਸੀਂ ਮੇਰੇ ਅੱਗੇ ਪ੍ਰਾਰਥਨਾ ਕਰੋਗੇ, ਮੈਂ ਉਸ ਦਾ ਉੱਤਰ ਦੇਵਾਂਗਾ। ਤੁਸੀਂ ਮੈਨੂੰ ਲੱਭੋਗੇ ਅਤੇ ਮੈਨੂੰ ਲੱਭ ਲਵੋਗੇ, ਅਤੇ ਮੈਂ ਤੁਹਾਡੀ ਬਹਾਲੀ ਤੁਹਾਡੀ ਆਪਣੀ ਧਰਤੀ 'ਤੇ ਕਰਾਂਗਾ। ਮੈਂ ਤੁਹਾਨੂੰ ਹਰ ਦੇਸ਼ ਥਾਂ ਜਿੱਥੇ ਤੁਹਾਨੂੰ ਖੰਡਾ ਪੁੰਡਾ ਦਿੱਤਾ ਹੈ ਵਾਪਸ ਇਕੱਠਿਆ ਕਰਾਂਗਾ। ਤਦ ਮੈਂ ਤੁਹਾਨੂੰ ਵਾਪਸ ਉਸ ਧਰਤੀ 'ਤੇ ਲਿਆਵਾਂਗਾ ਜਿੱਥੇ ਮੈਂ ਤੁਹਾਨੂੰ ਪ੍ਰਵਾਸ 'ਚ ਘੱਲਿਆ ਸੀ। ਮੈਂ ਪ੍ਰਭੂ ਨੇ ਇਹ ਕਿਹਾ ਹੈ। 70 ਸਾਲ ਦੇ ਬਾਅਦ, इसलिए 70 ਸਾਲ ਪੂਰੇ ਹੋ ਗਏ ਤਾਂ ਪ੍ਰਭੂ ਨੇ ਇਹ ਕੰਮ ਕੀਤਾ। ਉਸਨੇ ਉੱਥੇ ਦੇ ਰਾਜਾ ਦੇ ਦਿਲ ਦੇ ਵਿੱਚ ਇਹ ਕੰਮ ਕੀਤਾ ਕਿ ਇਹਨਾਂ ਲੋਕਾਂ ਨੂੰ ਵਾਪਸ ਘੱਲਿਆ ਜਾਏ, ਔਰ ਉੱਥੇ ਜਾ ਕੇ ਇਹ ਆਪਣੇ ਪ੍ਰਭੂ ਦੇ ਘਰ ਦੀ ਉਸਾਰੀ ਕਰਨ, ਪ੍ਰਭੂ ਦੇ ਜਿੱਥੋਂ ਇਹ ਆਏ ਆ ਜਰੂਸਲਮ ਦੀ ਉਸਾਰੀ ਕਰਨ, ਔਰ ਉੱਥੇ ਦਾ ਪਰਮੇਸ਼ਰ ਇਹਨਾਂ ਨੂੰ ਵੀ ਬਰਕਤ ਦੇਵੇ ਤੇ ਮੈਨੂੰ ਵੀ ਬਰਕਤ ਦੇਵੇ। ਸੋ ਉਸਨੇ ਉਹਨਾਂ ਨੂੰ, ਪ੍ਰਭੂ ਨੇ ਜਿੱਦਾਂ ਉਸ ਰਾਜਾ ਦੇ ਮਨ ਦੇ ਵਿੱਚ ਪਾਇਆ, ਰਾਜਾ ਨੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਸੋਨਾ ਚਾਂਦੀ ਖੋਤੇ ਗਧੇ ਜੋ ਵੀ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਦੇ ਕੇ ਵਾਪਸ ਘੱਲ ਦਿੱਤਾ। ਪਰ ਜਦੋਂ ਵਾਪਸ ਆਏ ਤਾਂ ਵਾਪਸ ਆ ਕੇ ਉਹਨਾਂ ਨੇ ਆਪਣੇ ਘਰਾਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਔਰ ਖੂਬ ਕੀਤੀ। ਬੜਾ ਸੁੰਦਰ ਉਸਾਰੀ ਉਹਨਾਂ ਨੇ ਕੀਤੀ। ਤਦ ਪ੍ਰਭੂ ਦਾ ਨਬੀ ਉੱਥੇ ਆਇਆ ਜਿਸ ਦਾ ਨਾਂ ਹੇਗਾਈ ਸੀ, ਹੱਜਾਈ ਸੀਗੀ। ਉਸ ਦੇ ਰਾਹੀਂ ਪ੍ਰਭੂ ਦਾ ਸ਼ਬਦ ਲੋਕਾਂ ਦੇ ਉੱਤੇ ਆਇਆ ਔਰ ਉਸਨੇ ਉਹਨਾਂ ਨੂੰ ਕਿਹਾ, ਕਹਿੰਦਾ ਪ੍ਰਭੂ ਦਾ ਅਗੰਮੀ ਵਾਕ ਸੰਦੇਸ਼ ਹੱਜਾਈ ਨਬੀ ਰਾਹੀਂ ਦਾਰਾ ਰਾਜਾ ਦੇ ਰਾਜ ਦੇ ਦੂਜੇ ਵਰੇ ਦੇ 6ਵੇਂ ਮਹੀਨੇ ਦੀ 1 ਤਰੀਕ ਨੂੰ ਯਹੂਦਾ ਦੇ ਸ਼ਾਸਕ ਸਲਤਨੀਅਤ ਦੇ ਪੁੱਤਰ ਜਰੂਬਾਬਾਲ ਅਤੇ ਯਸੋਹਾਕ ਦੇ ਪੁੱਤਰ ਯਸੋਆ ਮਹਾਪੁਰੋਹਿਤ ਦੇ ਕੋਲ ਆਇਆ। ਹੱਜਾਈ ਨਬੀ ਨੇ ਉਹਨਾਂ ਨੂੰ ਕਿਹਾ, ਪ੍ਰਤਾਪੀ ਪ੍ਰਭੂ ਤੁਹਾਡੇ ਲਈ ਸੰਦੇਸ਼ ਹੈ ਕਿ ਇਹ ਲੋਕ ਕਹਿੰਦੇ ਹਨ ਕਿ ਅਜੇ ਪ੍ਰਭੂ ਦੇ ਘਰ ਨੂੰ ਦੁਬਾਰਾ ਉਸਾਰਨ ਦਾ ਸਮਾਂ ਨਹੀਂ ਆਇਆ ਹੈ। ਔਰ ਇਸ ਸੰਬੰਧ ਦੇ ਵਿੱਚ ਪ੍ਰਭੂ ਨੇ ਹੱਜਾਈ ਨਬੀ ਦੁਆਰਾ ਉਹਨਾਂ ਨੂੰ ਕਿਹਾ ਤਾਂ ਕਿ ਇਹ ਸਮਾਂ ਹੈ ਕਿ ਤੁਸੀਂ ਆਪਣੇ ਲਈ ਆਲੀਸ਼ਾਨ ਮਕਾਨਾਂ ਦੇ ਅੰਦਰ ਰਹੋ, ਜਦੋਂ ਕਿ ਮੇਰਾ ਘਰ ਵੀਰਾਨ ਪਿਆ ਹੈ। ਇਸ ਲਈ ਹੁਣ ਮਹਾਨ ਪ੍ਰਭੂ ਤੁਹਾਨੂੰ ਇਸ ਸੰਬੰਧ ਦੇ ਵਿੱਚ ਕਹਿੰਦਾ ਹੈ ਕਿ ਤੁਸੀਂ ਆਪਣੇ ਕੀਤੇ ਉੱਤੇ ਧਿਆਨ ਦੇਵੋ। ਤੁਸੀਂ ਬੀਜਿਆ ਤਾਂ ਬਹੁਤ ਹੈ ਪਰ ਕੱਟਿਆ ਬਹੁਤ ਘੱਟ। ਤੁਸੀਂ ਖਾਂਦੇ ਤਾਂ ਹੋ ਪਰ ਤੁਹਾਡੇ ਪੇਟ ਨਹੀਂ ਭਰਦੇ। ਤੁਸੀਂ ਪੀਂਦੇ ਤਾਂ ਹੋ ਪਰ ਤੁਹਾਡੀ ਤ੍ਰੇਹ ਨਹੀਂ ਮਿਟਦੀ। ਤੁਸੀਂ ਕੱਪੜੇ ਤਾਂ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ। ਤੁਸੀਂ ਕਮਾਉਂਦੇ ਤਾਂ ਹੋ ਪਰ ਤੁਹਾਡੀ ਕਮਾਈ ਹੇਠੋਂ ਪਾਟੇ ਥੈਲੇ ਦੇ ਵਿੱਚ ਪੈਂਦੀ ਹੈ। ਪ੍ਰਤਾਪੀ ਪ੍ਰਭੂ ਅੱਗੇ ਕਹਿੰਦਾ ਹੈ, ਜਰਾ ਸੋਚੋ ਤੁਸੀਂ ਕਿੰਨੇ ਕੁ ਪੂਰੇ ਉਤਰੇ ਹੋ। ਇਸ ਲਈ ਤੁਸੀਂ ਪਹਾੜਾਂ 'ਤੇ ਜਾਵੋ, ਉੱਥੋਂ ਲੱਕੜੀ ਲੈ ਕੇ ਆਵੋ ਅਤੇ ਮੇਰੇ ਘਰ ਨੂੰ ਬਣਾਓ। ਮੈਂ ਉਸ ਤੋਂ ਖੁਸ਼ ਹੋਵਾਂਗਾ ਅਤੇ ਆਪਣੀ ਮਹਿਮਾ ਉੱਥੇ ਪ੍ਰਗਟ ਕਰਾਂਗਾ। ਤੁਸੀਂ ਬਹੁਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਥੋੜ੍ਹਾ ਮਿਲਿਆ, ਅਤੇ ਜਦੋਂ ਤੁਸੀਂ ਆਪਣੇ ਘਰ ਲੈ ਕੇ ਆਏ ਤਾਂ ਮੈਂ ਉਸ ਨੂੰ ਹਵਾ ਦੇ ਨਾਲ ਉਡਾ ਦਿੱਤਾ। ਪਰ ਕਿਉਂ? ਕਿਉਂਕਿ ਤੁਸੀਂ ਆਪਣੇ ਘਰਾਂ ਦੇ ਅੰਦਰ ਕੰਮਾਂ ਦੇ ਵਿੱਚ ਲੱਗੇ ਰਹੇ ਜਦੋਂ ਕਿ ਮੇਰਾ ਘਰ ਵੀਰਾਨ ਹੀ ਪਿਆ ਹੈ। ਇਹੀ ਕਾਰਨ ਹੈ ਕਿ ਆਕਾਸ਼ ਤੋਂ ਤੁਹਾਡੇ ਲਈ ਮੀਂਹ ਨਾ ਪਿਆ ਅਤੇ ਧਰਤੀ ਨੇ ਪੈਦਾਵਾਰ ਨਾ ਦਿੱਤੀ। ਇਸੇ ਲਈ ਮੈਂ ਹਰ ਚੀਜ਼ ਉੱਤੇ ਅਕਾਲ ਪਾ ਦਿੱਤਾ, ਜ਼ਮੀਨ 'ਤੇ, ਪਹਾੜਾਂ 'ਤੇ, ਫਸਲ 'ਤੇ, ਨਵੀਂ ਅੰਗੂਰਾਂ ਦੀ ਪੈਦਾਵਾਰ 'ਤੇ, ਤੇਲ 'ਤੇ, ਖੇਤਾਂ ਦੀ ਪੈਦਾਵਾਰ 'ਤੇ,
ਆਦਮੀਆਂ ਤੇ, ਪਸ਼ੂਆਂ ਤੇ ਅਤੇ ਉਹਨਾਂ ਦੀ ਮਿਹਨਤ ਤੇ। ਸੋ ਯਹੂਦਾ ਦੇ ਸ਼ਾਸਕ ਜ਼ਰੁੱਬਾਬੇਲ, ਸਲਤੀਨਤ ਦੇ ਪੁੱਤਰ ਅਤੇ ਮਹਾਂਪੁਰੋਹਿਤ ਯਸ਼ੂਆ, ਯਹੋਸਾਦਾਕ ਦੇ ਪੁੱਤਰ ਅਤੇ ਬਚੇ ਹੋਏ ਇਜ਼ਰਾਈਲੀਆਂ ਨੇ ਪ੍ਰਭੂ ਨੇ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਅਤੇ ਉਸ ਦੇ ਨਬੀ ਹਜਾਈ ਦੇ ਦੁਆਰਾ ਸੁਣਿਆ, ਮੰਨਿਆ ਅਤੇ ਉਹ ਪ੍ਰਭੂ ਤੋਂ ਡਰੇ। ਤਦ ਪ੍ਰਭੂ ਨੇ ਹਜਾਈ ਨਬੀ ਦੇ ਦੁਆਰਾ ਲੋਕਾਂ ਨੂੰ ਇਹ ਸੰਦੇਸ਼ ਦਿੱਤਾ, ਮੈਂ ਪ੍ਰਭੂ ਤੁਹਾਡੇ ਨਾਲ ਹਾਂ, ਤਕੜੇ ਹੋ। ਫਿਰ ਪ੍ਰਭੂ ਨੇ ਯਹੂਦਾ ਦੇ ਸ਼ਾਸਕ ਜ਼ਰੁੱਬਾਬੇਲ, ਮਹਾਂਪੁਰੋਹਿਤ ਯਸ਼ੂਆ ਦੇ ਬਚੇ ਹੋਏ ਇਜ਼ਰਾਈਲੀ ਲੋਕਾਂ ਦੇ ਮਨਾਂ ਨੂੰ ਪ੍ਰੇਰਨਾ ਦਿੱਤੀ ਅਤੇ ਉਹ ਸਭ ਇਕੱਠੇ ਹੋ ਕੇ ਪ੍ਰਤਾਪੀ ਪ੍ਰਭੂ ਆਪਣੇ ਪਰਮੇਸ਼ਰ ਦੇ ਘਰ ਨੂੰ ਉਸਾਰਨ ਲੱਗੇ। ਉਹਨਾਂ ਨੇ ਉਸਾਰੀ ਦਾ ਕੰਮ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਦੇ 6ਵੇਂ ਮਹੀਨੇ ਦੀ 24 ਤਰੀਕ ਨੂੰ ਖਤਮ ਕਰ ਦਿੱਤਾ। ਪ੍ਰਭੂ ਦੇ ਜਦੋਂ ਅਸੀਂ ਇਸ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਖੁਦਾਵੰਦ ਨੇ ਸਾਨੂੰ ਛੁਟਕਾਰਾ ਦੇ ਕੇ ਖੁਦਾਵੰਦ ਲੈ ਕੇ ਆਇਆ, ਸਾਨੂੰ ਕੁਝ ਕਹਿ ਰਿਹਾ। ਸਾਡੀ ਭਲਾਈ ਦੇ ਲਈ ਨਹੀਂ, ਬਲਕਿ 33,000 ਜਿਹੜਾ ਬੰਦਾ ਜਿਸ ਨੂੰ ਪ੍ਰਭੂ ਦਾ ਕੁਝ ਨਹੀਂ ਪਤਾ ਇਸ ਸ਼ਹਿਰ ਦੇ ਵਿੱਚ, ਉਹਨਾਂ ਦੀ ਭਲਾਈ ਦੇ ਲਈ, ਸਰਬੱਤ ਦੇ ਭਲੇ ਦੇ ਲਈ ਕੁਝ ਕਹਿ ਰਿਹਾ। ਹਰ ਇਨਸਾਨ ਜੋ ਇੱਥੇ ਬੈਠਾ ਉਸ ਦੇ ਗਿਫਟ ਦੇ ਅਨੁਸਾਰ ਖੁਦਾਵੰਦ ਉਸ ਨੂੰ ਕਹਿ ਰਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ। ਇਸ ਪ੍ਰਭੂ ਨੂੰ ਜਿਸ ਨੂੰ ਮੈਂ ਜਾਣਿਆ, ਇਸ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ। ਹਰ ਜਨ ਨੂੰ ਕੁਛ ਨਾ ਕੁਛ ਉਹ ਬੋਲ ਰਿਹਾ, ਹਰ ਜਨ ਨੂੰ ਉਹ ਕੁਛ ਨਾ ਕੁਛ ਕਹਿ ਰਿਹਾ, ਤੁਹਾਡੇ ਗਿਫਟ ਦੇ ਅਨੁਸਾਰ ਉਹ ਕਹਿ ਰਿਹਾ। ਪ੍ਰਭੂ ਨੇ ਜਿਸ ਚਰਚ ਦੇ ਵਿੱਚ ਅਸੀਂ ਬੈਠੇ ਹਾਂ, ਇਹ ਮੈਨਾਨਾਈਟ ਬ੍ਰਦਰਨਸ ਦੀ ਚਰਚ ਆ। 1920 ਦੇ ਵਿੱਚ ਇਹ ਲੋਕ ਯੂਕਰੇਨ ਦੇ ਵਿੱਚ ਰਹਿੰਦੇ ਸੀ। ਤੁਸੀਂ ਮੰਨਣਾ ਨਹੀਂ, ਇਹਨਾਂ ਲੋਕਾਂ ਦੇ ਕੋਲ ਉਸ ਵੇਲੇ ਪਲੇਨ ਸੀ। ਇਹਨਾਂ ਕੋਲ ਇੰਨੀ ਜ਼ਮੀਨ ਸੀ ਯੂਕਰੇਨ ਦੇ ਵਿੱਚ ਕਿ ਇਹ ਉਦੋਂ ਆਪਣੇ ਜ਼ਮੀਨ ਨੂੰ ਸਿਰਫ ਦੇਖ ਰੇਖ ਕਰਨ ਦੇ ਲਈ ਇਹ ਉਸ ਵੇਲੇ ਪਲੇਨ ਤੇ ਦੇਖਣ ਜਾਂਦੇ ਹੁੰਦੇ ਸੀ। ਪਰ ਪ੍ਰਭੂ ਦੇ ਲਈ ਇਹਨਾਂ ਨੇ ਕੋਈ ਕੰਮ ਨਹੀਂ ਉੱਥੇ ਕੀਤਾ। ਗੱਲਾਂ ਬਹੁਤ ਕਰਦੇ ਸੀ, ਮੀਟਿੰਗਾਂ ਬਹੁਤ ਉੱਥੇ ਇਹ ਕਰਦੇ ਹੁੰਦੇ ਸੀ। ਪ੍ਰਭੂ ਦੇ ਨਾਂ ਦੇ ਵਿੱਚ ਬੜੀਆਂ ਮੀਟਿੰਗਾਂ ਕਰਦੇ ਹੁੰਦੇ ਸੀ। ਕੀਤਾ ਇਹਨਾਂ ਨੇ ਕੁਛ ਨਹੀਂ। ਜਿਸ ਵੇਲੇ ਸਟਾਲਨ ਆਇਆ ਤੇ ਸਿਰਫ ਇਹਨਾਂ ਨੂੰ ਗਲ ਦੇ ਕੱਪੜੇ ਪਾ ਕੇ ਉੱਥੋਂ ਦੌੜਨਾ ਪਿਆ ਸੀ। ਜਿਹੜੇ ਨੌਕਰ ਇਹਨਾਂ ਦੇ ਪਲੇਨ ਦੇ ਉੱਤੇ ਆਪਣਾ ਹੱਥ ਰੱਖਦੇ ਇੱਦਾਂ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਹੱਥ ਦੇ ਉੱਤੇ ਪੈਰ ਰੱਖ ਕੇ ਘੋੜੇ ਤੇ ਚੜ੍ਹਦੇ ਹੁੰਦੇ ਸੀ, ਉਹ ਰਸ਼ੀਅਨ ਗਨ ਲੈ ਕੇ ਇਹਨਾਂ ਦੇ ਦਰਵਾਜ਼ੇ ਦੇ ਮੂਹਰੇ ਇੱਦਾਂ ਖੜੇ ਸੀ। ਇਹ ਦੌੜੇ ਸੀ ਤੇ ਉਹਨਾਂ ਘਰਾਂ ਦੇ ਉੱਤੇ ਉਹਨਾਂ ਨੇ ਕਬਜ਼ੇ ਕੀਤੇ ਸੀ, ਔਰ ਅੱਜ ਵੀ ਕੀਤੇ ਹੋ, ਅੱਜ ਵੀ ਕੀਤੇ ਹੋ। ਮਹਿਲਾਂ ਵਰਗੇ ਘਰ ਆ ਜਿਹੜੇ ਛੱਡ ਕੇ ਆਏ ਸੀ। ਇਸ ਕੈਨੇਡਾ ਨੇ ਇਹਨਾਂ ਨੂੰ ਉਸ ਵੇਲੇ ਰਿਫਿਊਜੀ ਅਸੈਪਟ ਕੀਤਾ ਸੀ। ਇਹਨਾਂ ਦੇ ਬਜ਼ੁਰਗਾਂ ਨੇ ਇੱਕ ਪ੍ਰਭੂ ਦੇ ਨਾਲ ਫਿਰ ਜਿਸ ਵੇਲੇ ਇਹ ਲਾਈਨ 'ਚ ਲੱਗੇ ਹੁੰਦੇ ਸੀਗੇ, ਸੂਪ ਕਿਚਨ ਦੀ ਲਾਈਨ 'ਚ ਲੱਗੇ ਹੁੰਦੇ ਸੀ ਸੂਪ ਤੇ ਬ੍ਰੈਡ ਲੈਣ ਦੇ ਲਈ, ਔਰ ਇਹਨਾਂ ਦੇ ਬਜ਼ੁਰਗਾਂ ਨੇ ਉਸ ਵੇਲੇ ਪ੍ਰਭੂ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੂੰ ਸਾਨੂੰ ਪਰਖਿਆ, ਦੇ ਕੇ ਪਰਖਿਆ ਸੀ। We didn't do it। ਔਰ ਅੱਜ ਸਾਡੀ ਹਾਲਤ ਦੇਖ। ਤੂੰ ਸਾਡੇ ਤੇ ਕਿਰਪਾ ਕਰ ਦੁਆਰਾ, ਸਾਡੇ ਤੇ ਦੁਆਰਾ ਕਿਰਪਾ ਕਰ ਤੇ ਅਸੀਂ ਤੇਰੇ ਨਾਮ ਦੇ ਲਈ ਦੁਨੀਆ ਦੇ ਹਰ ਖੂੰਜੇ ਦੇ ਵਿੱਚ ਕੁਛ ਕਰਾਂਗੇ।
ਇਹ ਸਾਰੀ ਵਾਦੀ ਪਾਣੀ ਦੇ ਨਾਲ ਭਰੀ ਹੋਈ ਸੀ। ਜਿਸ ਇਲਾਕੇ 'ਚ ਅਸੀਂ ਬੈਠੇ ਹਾਂ, ਆਹ ਇਲਾਕਾ ਥੋੜ੍ਹਾ ਜਿਹਾ ਸੁੱਕਾ ਸੀ, ਬਾਕੀ ਇਹ ਸਾਰਾ ਛੰਭ ਸੀ, ਪਾਣੀ ਦੇ ਨਾਲ ਸਾਰਾ ਇਲਾਕਾ ਭਰਿਆ ਸੀ। ਅਗਰ ਤੁਸੀਂ ਯਾਰੋ ਦੇ ਵਿੱਚ ਜਾਂਦੇ ਆ, ਤੇ ਬ੍ਰਦਰ ਹੁਣਾਂ ਨੂੰ ਜ਼ਿਆਦਾ ਪਤਾ, ਫਾਰਮਰ ਆ, ਉੱਥੇ ਪੰਪ ਲਾ ਕੇ ਪਾਣੀ ਕੱਢਿਆ ਆ ਤੇ ਜ਼ਮੀਨਾਂ ਸੁਕਾਈਆਂ ਆ। ਕੈਨੇਡਾ ਦੀ ਗਵਰਨਮੈਂਟ ਨੇ ਇਹਨਾਂ ਨੂੰ $1 ਦਾ 1 ਏਕੜ ਜ਼ਮੀਨ ਦਿੱਤੀ ਸੀ। $1 ਇਹਨਾਂ ਤੋਂ ਟੈਕਸ ਲਿਆ ਸੀ ਬਸ ਪਰ ਏਕੜ। ਸਭ ਤੋਂ ਪਹਿਲੀ ਚਰਚ ਉਸ ਵੇਲੇ ਉਹਨਾਂ ਨੇ ਉਸ ਮੋੜ ਦੇ ਉੱਤੇ ਬਣਾਈ ਸੀ ਜਿੱਥੇ ਸਾਡੇ ਬੱਚੇ ਪੜ੍ਹਨ ਜਾਂਦੇ ਆ, ਔਰ ਫਿਰ ਆਹ ਚਰਚ ਬਣਾਈ ਸੀ ਜਿਹਦੇ ਵਿੱਚ ਅੱਜ ਅਸੀਂ ਬੈਠੇ ਹਾਂ। ਔਰ ਇਸ ਸ਼ਹਿਰ ਦੇ ਵਿੱਚ ਇਹਨਾਂ ਨੇ ਘੱਟੋ ਘੱਟ ਇਸ ਵੈਲੀ ਦੇ ਵਿੱਚ 200 ਚਰਚਾਂ ਬਣੀਆਂ। ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਸਾਊਥ ਦੇ ਵਿੱਚ ਇੰਨਾ ਕੰਮ ਆ ਕਿ ਅੱਜ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੈਨਾਨਾਈਟ ਇੰਡੀਆ ਦੇ ਵਿੱਚ ਹਿੰਦੁਸਤਾਨੀ। ਔਰ ਸਾਡੇ ਤਾਈਂ ਪਹੁੰਚੇ, ਔਰ ਪਿਛਲੇ 35 ਸਾਲ ਤੱਕ ਇਹਨਾਂ ਨੇ ਸਾਨੂੰ ਰੀਚ ਕੀਤਾ। ਔਰ ਅੱਜ ਅਸੀਂ, ਸਾਡੇ ਵਿੱਚੋਂ ਇੱਕ ਵੀ ਬੰਦਾ, ਸਾਡੀ ਚਰਚ ਦੇ ਵਿੱਚ ਇੱਕ ਵੀ ਬੰਦਾ ਅਸੀਂ ਐਸਾ ਨਹੀਂ ਕਹਿ ਸਕਦੇ ਪ੍ਰਭੂ ਦੀ ਕਿਰਪਾ ਦੇ ਨਾਲ ਕਿ ਜੀ ਅਸੀਂ ਐਸੇ ਮਸੀਹੀ ਹਾਂ ਜੀ ਤੁਹਾਡੇ 'ਚ ਕਿ ਜੀ ਮੈਂ ਪਾਕਿਸਤਾਨ ਦੇ ਵਿੱਚ ਕ੍ਰਿਸਚਨ ਸੀ, ਮੈਂ ਇੰਡੀਆ ਦੇ ਵਿੱਚ ਕ੍ਰਿਸਚਨ ਸੀ, ਅਤੇ ਮੈਂ ਸ਼੍ਰੀਲੰਕਾ ਦੇ ਵਿੱਚ ਕ੍ਰਿਸਚਨ ਸੀ, ਜਾਂ ਮੈਂ ਬੰਗਲਾਦੇਸ਼ ਦੇ ਵਿੱਚ ਕ੍ਰਿਸਚਨ ਸੀ, ਤਾਂ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਤਾਂ ਇੱਥੇ ਬੈਠੇ ਹਾਂ। ਤੁਹਾਡੇ ਵਿੱਚੋਂ ਹਰ ਇੱਕ ਨੂੰ ਕੈਨੇਡਾ ਦੇ ਵਿੱਚ ਡੇਟ ਚੇਤੇ ਆ ਜਿੱਦਣ ਤੁਸੀਂ ਪ੍ਰਭੂ ਨੂੰ ਇਸ ਕੈਨੇਡਾ ਦੇ ਵਿੱਚ ਇੱਥੇ ਪ੍ਰਭੂ ਨੂੰ ਸਵੀਕਾਰ ਕੀਤਾ। ਪਰ ਪ੍ਰਭੂ ਸਾਨੂੰ ਕੁਛ ਕਹਿ ਰਿਹਾ, ਸਾਨੂੰ ਕੁਛ ਕਹਿ ਰਿਹਾ। ਪ੍ਰਭੂ ਦੀ ਬਹੁਤ ਸ਼ੁਕਰਗੁਜ਼ਾਰੀ ਹੈ ਜੋ ਇਸ ਚਰਚ ਨੇ ਸਾਡੇ ਨਾਲ ਕੰਮ ਕੀਤਾ। ਸ਼ਹਿਰ ਦੇ ਵਿੱਚ ਬਹੁਤ ਚਰਚਾਂ ਆ, ਸਮੋਸਾ ਪਾਰਟੀ ਕਰਦੀਆਂ, ਕੰਮ ਕੋਈ ਨਹੀਂ ਕਰਦੀਆਂ ਪਈਆਂ। ਪਿਛਲੇ 35 ਸਾਲ ਤੋਂ ਇਹ ਚਰਚ ਸਾਡੇ ਨਾਲ ਖੜੀ ਰਹੀ ਆ। ਲੇਕਿਨ ਉਹ ਸਮਾਂ ਆ ਗਿਆ ਕਿ ਦਸੰਬਰ ਦੇ ਵਿੱਚ ਇਹਨਾਂ ਨੇ ਇਸ ਮਿਨਿਸਟਰੀ ਨੂੰ ਇੱਥੋਂ ਖਤਮ ਕਰ ਦੇਣਾ। ਔਰ ਸਾਨੂੰ ਆਪਣਾ ਭਾਰ ਆਪ ਚੁੱਕਣਾ ਪੈਣਾ, ਔਰ ਸਾਨੂੰ ਅੱਗੇ ਵਧਣਾ ਪੈਣਾ, ਔਰ ਸਾਨੂੰ ਸੋਚਣਾ ਪੈਣਾ ਕਿ ਅਸੀਂ ਇੱਥੇ ਮਿਲਣਾ, ਇਹ ਦਰਵਾਜ਼ਾ ਬੰਦ ਤਾਂ ਨਹੀਂ ਸਾਡੇ ਲਈ, ਲੇਕਿਨ ਜਿਹੜੀ ਪਾਸਟਰ ਉਹਨਾਂ ਨੇ ਸਾਨੂੰ ਦਿੱਤਾ ਸੀਗਾ, ਪਾਸਟਰ ਦੀ ਪੇ ਦਿੰਦੇ ਸੀ, ਦੈਟ ਵਿਲ ਬੀ ਫਿਨਿਸ਼ਡ। ਅਸੀਂ ਸ਼ਹਿਰ ਦੇ ਵਿੱਚ ਮਿਲਣਾ, ਅਸੀਂ ਇੱਥੇ ਮਿਲਣਾ, ਇਹ ਡਿਸੀਜ਼ਨ ਸਾਨੂੰ ਲੈਣਾ ਪੈਣਾ। ਖੁਦਾਵੰਦ ਦਾ ਸ਼ੁਕਰ ਹੈ ਇਸ ਵਚਨ ਦੇ ਅਨੁਸਾਰ ਅਸੀਂ, ਸਾਡੇ ਵਿੱਚ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਪ੍ਰਭੂ ਨੇ ਮੈਨੂੰ ਬਰਕਤ ਨਹੀਂ ਦਿੱਤੀ। ਜੇ ਤੁਸੀਂ ਕਾਰ ਚਲਾਉਂਦੇ ਆ ਤੇ ਤੁਸੀਂ ਦੁਨੀਆ ਦੇ ਵਿੱਚ 1% ਲੋਕਾਂ ਚੋਂ ਇੱਕ ਆ। ਦੁਨੀਆ 'ਚ ਸਿਰਫ 1% ਲੋਕ ਆ ਜਿਨ੍ਹਾਂ ਕੋਲ ਕਾਰ ਆ। ਜੇ ਤੁਹਾਡੇ ਕੋਲ ਕਾਰ ਆ ਤੇ ਪ੍ਰਭੂ ਦਾ ਸ਼ੁਕਰ ਆ। ਮੇਰੇ ਵਰਗਾ ਜਿਹੜਾ BA ਦੇ ਵਿੱਚੋਂ ਪੜ੍ਹ ਕੇ ਇੰਡੀਆ ਤੋਂ ਆਇਆ, ਇੱਥੇ ਉਹਦੇ ਕੋਲ ਘਰ ਆ। ਇੰਡੀਆ 'ਚ ਮੈਨੂੰ ਜੋਬ ਨਹੀਂ ਸੀ ਮਿਲਣੀ, ਐਂਡ ਦੈਟਸ ਟਰੂ। ਇਹ ਸੱਚਾਈ ਆ, ਇਹ ਕੌੜੀ ਸੱਚਾਈ ਆ, ਇਹ ਸੱਚਾਈ ਆ।
ਮੈਨੂੰ ਕਿਸੇ ਨੇ ਜਵਾਬ ਨਹੀਂ ਸੀ ਉੱਥੇ ਦੇਣੀ। ਇੱਥੇ ਪ੍ਰਭੂ ਨੇ ਮੈਨੂੰ ਬਰਕਤਾਂ ਦਿੱਤੀਆਂ, ਮੈਨੂੰ ਮੌਕੇ ਦਿੱਤੇ ਹੋ। ਪਰ ਕੀ ਮੈਂ ਸਿਰਫ ਆਪਣੇ ਬਾਰੇ ਸੋਚਦਾ ਪਿਆ? ਸਾਨੂੰ ਪ੍ਰਭੂ ਤੋਂ, ਪ੍ਰਭੂ ਦਾ ਬੜਾ ਸੋਹਣਾ ਵਚਨ, ਉਹ ਕਹਿੰਦਾ ਇੰਨਾ ਕੁਛ ਕਹਿਣ ਤੋਂ ਬਾਅਦ ਇੱਕੋ ਚੀਜ਼ ਉਹਨਾਂ ਨੇ ਕੀਤੀ, ਉਹ ਪ੍ਰਭੂ ਤੋਂ ਡਰੇ। ਉਹ ਪ੍ਰਭੂ ਤੋਂ ਡਰੇ। ਔਰ ਪ੍ਰਭੂ ਤੋਂ ਡਰ ਕੇ ਉਹਨਾਂ ਨੇ ਉਸ ਦਾ ਸੰਦੇਸ਼ ਮੰਨਿਆ ਔਰ ਵਧੇ। ਸਾਡੇ ਕੋਲ 11 ਮਹੀਨੇ ਆ। ਖੁਦਾਵੰਦ ਸਾਨੂੰ ਕੀ ਕਹਿ ਰਿਹਾ? We need to take that step. ਖੁਦਾਵੰਦ ਦਾ ਸ਼ੁਕਰ ਆ ਕਿ ਵਚਨ ਦੇ ਵਿੱਚ ਕਿਹਾ ਗਿਆ, there's a time to pray and then there's a time to do something. ਔਰ ਇਹ ਉਸ ਸਮਾਂ ਆ ਜਿਸ ਵੇਲੇ ਪ੍ਰਭੂ ਦੀ ਆਵਾਜ਼ ਇਹ ਆ ਸਾਨੂੰ ਕਿ it is time to do something, ਤਾਂ ਕਿ ਇਸ ਸ਼ਹਿਰ ਨੂੰ ਬਰਕਤ ਮਿਲੇ। ਲੇਟੈਸਟ ਐਗਜ਼ਾਮਪਲਸ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ, ਔਰ ਪਾਸਟਰ ਮੈਨੂਅਲ ਸਾਨੂੰ ਹਮੇਸ਼ਾ ਦੱਸਦੇ ਹੁੰਦੇ ਆ, ਔਰ ਮੈਨੂੰ ਕੋਈ ਇਸ ਚੀਜ਼ ਦੀ ਸ਼ਰਮ ਨਹੀਂ ਕਿ ਇਸ ਚੀਜ਼ ਨੂੰ ਰਿਕਾਰਡ ਹੋ ਰਹੀ ਆ ਕਹਿਣ ਦੇ ਵਿੱਚ, ਕਿ ਟੋਰਾਂਟੋ ਦੀ ਚਰਚ ਦੇ ਵਿੱਚ 200-250 ਬਲੀਵਰ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਕੋਈ ਇੰਡੀਆ ਤੋਂ, ਕੋਈ ਪਾਕਿਸਤਾਨ ਤੋਂ, ਕੋਈ ਕਿਤੋਂ ਇਕੱਠਾ ਹੋਇਆ ਹੈ। ਸਤਾਰਾਂ ਸਾਲ ਪਾਸਟਰ ਮੈਨੂਅਲ ਉੱਥੇ ਜਾਂਦੇ ਰਹੇ ਔਰ ਉਹਨਾਂ ਨੂੰ ਦੱਸਦੇ ਰਹੇ ਆ ਕਿ ਤੁਸੀਂ ਇਕੱਠੇ ਹੋ ਕੇ ਦੇਖੋ। ਕਹਿੰਦੇ ਜਿਸ ਵੇਲੇ ਮੈਂ ਉੱਥੇ ਜਾਂਦਾ ਹੁੰਦਾ ਸੀ, ਜਿਸ ਘਰ ਦੇ ਵਿੱਚ ਉਹ ਮੈਨੂੰ ਰੱਖਦੇ ਹੁੰਦੇ ਸੀ, ਮੇਰਾ ਓਡਾ ਲਿਵਿੰਗ ਰੂਮ ਨਹੀਂ ਸੀ ਜਿੱਡਾ ਉਸ ਘਰ ਦਾ ਬੈਡਰੂਮ ਸੀ ਜਿਹ 'ਚ ਉਹ ਮੈਨੂੰ ਰੱਖਦੇ ਹੁੰਦੇ ਸੀ। ਔਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤੁਸੀਂ ਐਡਾ ਆਪਣੇ ਲਈ ਬਣਾਇਆ, ਖੁਦਾਵੰਦ ਦੇ ਘਰ ਦੇ ਬਾਰੇ ਕੁਝ ਸੋਚੋ। ਨਹੀਂ ਸੋਚਿਆ। ਇਸ ਵੇਲੇ ਉਹ 250 ਬੰਦਾ ਆ, ਉਹੋ ਹੀ 250 ਬੰਦਾ ਆ, ਕੁਛ ਨਹੀਂ ਉਹ ਵਧੇ। ਪ੍ਰਭੂ ਕਦੀ ਵੀ ਆਤਮਾ ਨਹੀਂ ਦਿੰਦਾ। ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ, ਇਹ ਬੜੀ ਵੱਡੀ ਚੀਜ਼ ਹੁੰਦੀ ਹੈ। ਜਿਸ ਚਰਚ ਦੇ ਵਿੱਚ ਪ੍ਰਭੂ ਆਤਮਾਵਾਂ, ਤੁਹਾਡੀ ਚਰਚ ਦੇ ਵਿੱਚ ਆਤਮਾਵਾਂ ਬਚਦੀਆਂ ਪਈਆਂ। ਸਾਡੀ ਟਾਊਨ ਦੇ ਵਿੱਚ ਵੱਡੀਆਂ ਵੱਡੀਆਂ ਚਰਚਾਂ ਦੇ ਵਿੱਚ ਉਨੀਆਂ ਆਤਮਾਵਾਂ ਨਹੀਂ ਬਚਦੀਆਂ ਪਈਆਂ ਜਿੰਨੀਆਂ ਤੁਹਾਡੇ ਇਸ ਛੋਟੇ ਜਿਹੇ ਗਰੁੱਪ ਦੇ ਵਿੱਚ ਬਚਦੀਆਂ ਪਈਆਂ। ਖੁਦਾਵੰਦ ਤੁਹਾਡੇ ਤੇ ਭਰੋਸਾ ਕਰਦਾ ਪਿਆ। ਮੈਂ ਤਾਂ ਪਾਦਰੀ ਹਾਂ, ਪਾਦਰੀ ਆਉਂਦੇ ਆ, ਪਾਦਰੀ ਜਾਂਦੇ ਆ, ਯੂ ਨੋ ਵਾਟ। ਪਰ ਪ੍ਰਭੂ ਹਮੇਸ਼ਾ ਜਿਹੜਾ ਭਰੋਸਾ ਕਰਦਾ ਹੁੰਦਾ, ਉਹ ਗਰੁੱਪ ਤੇ ਕਰਦਾ ਹੁੰਦਾ। ਪ੍ਰਭੂ ਤੁਹਾਡੇ ਤੇ ਤੁਹਾਨੂੰ ਬਰਕਤ ਦੇ ਰਿਹਾ। 4-4 ਹਜ਼ਾਰ ਚਰਚਾਂ ਦੇ ਮੈਂਬਰ ਆ, ਹਰ ਦਿਨ ਘਟਦੇ ਪਏ ਉਹਨਾਂ ਦੇ ਨੰਬਰ, ਵੱਧਦੇ ਨਹੀਂ ਪਏ। ਜੇ ਕਿਸੇ ਦੇ ਵੱਧ ਵੀ ਜਾਂਦੇ ਤਾਂ ਕਿਸੇ ਦੂਜੀ ਚਰਚ ਤੋਂ 4 ਉੱਠ ਕੇ ਚਲੇ ਪਹੁੰਚ ਗਏ ਉਹ ਉੱਥੇ। ਖੁਦਾਵੰਦ ਨਵੀਆਂ ਆਤਮਾਵਾਂ, ਪਿਛਲੀ ਜਿਹੜੀ ਲਾਈਨ ਬੈਠੀ ਹੋਈ ਆ ਨਾ, ਉਹ ਸਾਰੀਆਂ ਨਵੀਆਂ ਆਤਮਾਵਾਂ ਦਿੱਤੀਆਂ ਆ। ਸਾਡੀ ਭੈਣ ਜਿਹੜੀ ਇੱਥੇ ਬੈਠੀ ਆ, ਨਵੀਂ ਆਤਮਾ ਆ। ਸਾਡਾ ਭਰਾ ਜਿਹੜਾ ਉਹ ਗੱਬੇ ਬੈਠਾ, ਨਵੀਂ ਆਤਮਾ। ਇਸੇ ਸਾਲ ਦੇ ਵਿੱਚ ਖੁਦਾਵੰਦ ਤੁਹਾਨੂੰ ਕੁਛ ਕਹਿ ਰਿਹਾ ਚਰਚ। We need to wake up. We need to wake up. ਅੱਜ ਟੋਰਾਂਟੋ ਦੇ ਵਿੱਚ ਕੋਈ ਚਰਚ ਨਹੀਂ, ਕਦੀ ਕੋਈ 4 ਜਾਣੇ ਇੱਥੇ ਗਰੁੱਪ ਜਿਹਾ ਬਣ ਕੇ ਇਕੱਠੇ ਹੋ ਜਾਂਦੇ ਚਰਚ ਕੀ, 4 ਜਾਣੇ ਉੱਧਰ ਬਣ ਕੇ ਇਕੱਠੇ ਹੋ ਜਾਂਦੇ, ਕਦੀ ਇੱਧਰ ਇਕੱਠੇ ਹੋ ਜਾਂਦੇ ਆ, ਫਿਰ ਉਹ ਲੜ ਪੈਂਦੇ ਆ ਆਪਸ ਦੇ ਵਿੱਚ, ਫਿਰ ਉਹ ਖਿੱਲਰ ਜਾਂਦੇ ਆ, ਕਦੀ ਇੱਧਰ ਹੋ ਜਾਂਦੇ ਆ, ਕਦੀ ਉੱਧਰ ਹੋ ਜਾਂਦੇ ਆ, ਇੱਦਾਂ ਹੀ ਦੌੜੇ ਫਿਰਦੇ ਆ। ਕੁਛ ਨਹੀਂ ਹੈਗਾ ਉੱਥੇ। ਕੈਲਗਰੀ ਦੀ ਚਰਚ ਨੇ ਇਸ ਚੀਜ਼ ਨੂੰ ਅਸੈਪਟ ਕੀਤਾ। They have a church now.
ਉਹ ਕਿਸੇ ਦੀ ਚਰਚ 'ਚ ਨਹੀਂ ਮਿਲਦੇ ਪਏ। ਜਿਸ ਚਰਚ ਦੇ ਵਿੱਚ ਉਹ ਮਿਲਦੇ ਪਏ ਉਹਨਾਂ ਦੀ ਆਪਣੀ ਚਰਚ ਆ। 4 ਚਰਚਾਂ ਨੇ ਮਿਲ ਕੇ ਉਹ ਚਰਚ ਬਣਾਈ ਆ। ਇੱਕ ਵੀਅਤਨਾਮੀ ਚਰਚ ਆ, ਇੱਕ ਸਾਡੀ ਆਪਣੀ ਪੰਜਾਬੀਆਂ ਦੀ ਚਰਚ ਆ, ਇੱਕ ਕੋਈ ਉੱਥੇ ਦੀ ਹੋਰ ਕੋਈ ਨੈਸ਼ਨੈਲਿਟੀ ਉਹਨਾਂ ਦੀ ਚਰਚ ਆ, ਅਤੇ ਇੱਕ ਗੋਰਿਆਂ ਦੀ ਚਰਚ ਆ। 4 ਚਰਚਾਂ ਨੇ ਉੱਥੇ ਮਿਲ ਕੇ ਉਹ ਚਰਚ ਬਣਾਈ ਆ, ਔਰ ਉੱਥੇ ਮਿਲਦੇ ਆ। ਔਰ ਮਾਰਚ ਦੇ ਵਿੱਚ ਉਹਨਾਂ ਦੀ ਕਾਨਫਰੰਸ ਆ ਰਹੀ, ਇਹ ਉਹਨਾਂ ਦੀ ਪਹਿਲੀ ਕਾਨਫਰੰਸ ਆ ਜਿਹੜੀ ਉਹਨਾਂ ਦੀ ਆਪਣੀ ਚਰਚ ਦੇ ਵਿੱਚ ਹੋਣੀ ਆ। ਸੋ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਉਸ ਬਲੈਸਿੰਗ ਨੂੰ ਦੇਖਣ ਦੇ ਲਈ ਜਿਹੜੀ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਆ। ਸਾਡੇ ਕੋਲ ਇਹ ਮੌਕਾ ਆ, ਇਹ ਇਤਿਹਾਸਕ ਟਾਈਮ ਆ ਸਾਡੀ ਚਰਚ ਦੇ ਲਈ। ਵੀ ਕੈਨ ਟੇਕ ਐਡਵਾਂਟੇਜ। ਤਾਂ ਪ੍ਰਭੂ ਦੀ ਇਹ ਬਲੈਸਿੰਗ ਸਾਡੇ ਨਾਲ ਹੋਏਗੀ, ਨਹੀਂ ਤਾਂ ਇਸੇ ਹੀ ਗਰੁੱਪ ਦੇ 6 ਗਰੁੱਪ ਬਣ ਜਾਣਗੇ। ਕੋਈ 2 ਉੱਧਰ ਇਕੱਠੇ ਹੋਏ ਹੋ, ਕਈ 2 ਉੱਧਰ ਇਕੱਠੇ ਹੋਏ ਹੋ, ਕੋਈ 2 ਉੱਧਰ ਇਕੱਠੇ ਹੋਏ। ਮੈਨੂੰ ਕੋਈ ਇਸ ਚੀਜ਼ ਦੀ ਪ੍ਰੋਬਲਮ ਨਹੀਂ। ਅਗਰ ਚਰਚ ਦੇ ਵਿੱਚ ਕੋਈ ਐਸਾ ਬੰਦਾ ਹੈਗਾ ਜਿਹੜਾ ਕਹਿੰਦਾ ਕਿ ਆਈ ਵਾਂਟ ਟੂ ਬੀ ਅ ਪੈਸਟਰ, ਆਈ ਵਾਂਟ ਟੂ ਲੀਡ ਦਿਸ ਚਰਚ, ਕਮ ਫਾਰਵਰਡ, ਡੂ ਇਟ। ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦੀ। ਪਰ ਇਹ ਗਰੁੱਪ ਇਕੱਠਾ ਰਹਿਣਾ ਚਾਹੀਦਾ। ਆਈ ਵਿਲ ਸਪੋਰਟ ਦੈਟ ਪਰਸਨ। ਮੈਂ ਉਸ ਦੀ ਸਪੋਰਟ ਦੇ ਵਿੱਚ ਖੜਾ ਹੋਊਂਗਾ, ਦੌੜੂੰਗਾ ਨਹੀਂ। ਬਟ ਵੀ ਨੀਡ ਟੂ ਡੂ ਸਮਥਿੰਗ। ਖੁਦਾਵੰਦ ਮੇਰੇ ਦਿਲ ਦੇ ਵਿੱਚ ਇਹ ਬਾਰ-ਬਾਰ ਪਾ ਰਿਹਾ ਕਿ ਇਹ ਇਤਿਹਾਸਕ ਸਮਾਂ ਆ ਸਾਡੀ ਸਾਰੀ ਚਰਚ ਦੇ ਲਈ। ਅਗਰ ਅਸੀਂ ਇਹ ਮੌਕਾ ਗਵਾ ਲਿਆ ਤੇ ਫਿਰ ਅਸੀਂ ਯਾਦ ਹੀ ਕਰਿਆ ਕਰਾਂਗੇ ਇਸ ਸਮੇਂ ਨੂੰ। ਕਿਉਂਕਿ ਵੈਰੀ ਜਿਹੜਾ ਦੂਜੇ ਪਾਸੇ ਵੈਰੀ ਆ ਨਾ, ਉਹ ਨਹੀਂ ਚਾਹੁੰਦਾ, ਉਹ ਨਹੀਂ ਚਾਹੁੰਦਾ। ਦਸੰਬਰ 2015 'ਚ ਸਾਡਾ ਇੱਥੋਂ ਖਤਮ ਹੋ ਜਾਣਾ। ਉਸ ਤੋਂ ਪਹਿਲਾਂ let us think about it ਕਿ ਅਸੀਂ ਕੀ ਕਰਨਾ, ਕਿੱਦਾਂ ਕਰਨਾ, ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਜਾਣਾ, ਕਿ ਸਾਡੀ ਆਉਣ ਵਾਲੇ 15 ਸਾਲਾਂ ਦੇ ਵਿੱਚ 10-15 ਸਾਲ ਦੇ ਵਿੱਚ ਅਸੀਂ ਕਹਿ ਸਕੀਏ ਦੈਟਸ ਅ ਪੰਜਾਬੀ ਚਰਚ, ਇਹ ਸਾਡੀ ਚਰਚ ਆ, ਇਹ ਸਾਡੀ ਚਰਚ। ਆਮੇਨ।